साहिब जीओ। वाहिगुरु साहिब जी। आसा महला पंजवा। मन तृपतानो मिटे जंजाल। प्रभ अपना होया कृपाल। संत प्रसाद भली बणी। जाके ग्रह सब किश है पूरन। सो भेटिया निरभय धनी रहाओ। नाम दृढ़ाया साध कृपाल। मिट गई भूख महाविकराल। ठाकुरी अपने किन्नी दाद। जलन बुझी मन होई शांत। मिट गई पाल मन सहज समाना। नानक पाया नाम खजाना। मैं नाही किछ हो नहीं। किछ आहे ना मोरा। अवसर लजा राख ले हो। सदना जन तोरा। अवसर लजा राख ले हो। सदना जन तोरा। ज़ाहरा ज़हूर हाजरा हजूर सर्व कला भरपूर समर्थ गुरु। लोक परलोक दे रखियक भगत वशल ज्ञान दे सागर। गुरुआं दे गुरु गुरुआं भगतां भट्टां सिखां दी इलाही बाणी। बाणी जोत रूप धन धन श्री गुरु ग्रंथ साहिब महाराज जी की पावन पवित्र गोद विच गुर शब्द दे नाल जुड़ बैठी साध संगत जी धनता दे योग वडभागे हो। गुरु साहब ने मेहर दया की है, कृपा की है। जो जीवन दे सवास है उन्होंने लेखे विच लाउण दा समा बख्शिया। अपने जीवन नूं सफल करन दा समा बख्शिया। सवासां नूं सफल करन दा समा बख्शिया। बड़ी बार असी सुन चुके हाँ भी समा भागां वालियां नूं ही मिलदा है। जिवें असी कल सरवण कीता सी, कर्मां दी खेती कर्मां दा लेखा जदों मुक जांदा है उदों बंदे नूं समा नहीं मिलदा। जदों तक लेख चलते ने उदों तक समा भी मिली जाता है। अज का दिन मिल गया, कल का दिन मिल गया, परसों का दिन मिल गया। पर जदों गुरु महाराज जी कहते ने इसका समा पूरा होना है जां लेखा पूरा हो गया, फिर इसनों समा नहीं मिलना, फिर इसनों समा नहीं मिलना। इसलिए ये कोई किसी का पता नहीं, कोई किसी का पता नहीं है भई समा जिहड़ा है वो जिंदगी दे विच किन्ना है, बाकी किन्ना बचिया। भावें कोई साधु संत है, चाहे कोई आम बंदा, चाहे कोई रोगी है, चाहे कोई तंदुरुस्त है, किसी का कोई पता नहीं उसकी जिंदगी का बाकी समा किन्ना बचिया होया।
ਸੋ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਇੰਝ ਸਾਨੂੰ ਆਖਿਆ ਵੀ ਤੁਸੀਂ ਇੰਝ ਸਮਝਣਾ ਵੀ ਜਿਹੜਾ ਸਾਡੀ ਜ਼ਿੰਦਗੀ ਦਾ ਸਮਾਂ ਜਿਹੜਾ ਚੱਲ ਰਿਹਾ ਇਹ ਲਾਸਟ ਸਮਾਂ। ਇਹ ਸਮਝਣਾ ਹੈ ਵੀ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਸਵਾਸ ਅਸੀਂ ਅੱਜ ਲੈ ਰਹੇ ਹਾਂ, ਇਹ ਸਵਾਸ ਜਿਹੜੇ ਨੇ ਇਹ ਪਤਾ ਨਹੀਂ ਕਦੋਂ ਆਖਰੀ ਸਵਾਸ ਬਣ ਜਾਣ, ਕਿਉਂਕਿ ਹਮ ਆਦਮੀ ਹਾਂ ਇੱਕ ਦਮੀ। ਸੋ ਇਸ ਲਈ ਜਦੋਂ ਸਵਾਸਾਂ ਦਾ ਨਹੀਂ ਪਤਾ, ਜਦੋਂ ਸਾਹਾਂ ਦਾ ਨਹੀਂ ਪਤਾ, ਤੇ ਫਿਰ ਇਹਨਾਂ ਸਵਾਸਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਜਿੰਨੇ ਜ਼ਿਆਦਾ ਸਫਲ ਕਰ ਸਕਦੇ ਉਹ ਕਰ ਲੈਣੇ ਚਾਹੀਦੇ ਨੇ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਜਿੰਨੇ ਵੀ ਸਫਲ ਕਰ ਸਕਦਾ ਗੁਰੂ ਸਾਹਿਬ ਜੀ ਕਹਿੰਦੇ ਕਰ ਲੈ, ਔਰ ਕਿਸੇ ਨੇ ਇਹਨਾਂ ਸਵਾਸਾਂ ਨੂੰ ਵਧਾ ਨਹੀਂ ਸਕਣਾ ਜਾਂ ਸਾਨੂੰ ਬਚਾ ਨਹੀਂ ਸਕਣਾ। ਇਸ ਲਈ ਸਵਾਸ ਜ਼ਿੰਦਗੀ ਦੇ ਵਿੱਚ ਵਿਅਰਥ ਨਹੀਂ ਜਾਣੇ ਚਾਹੀਦੇ। ਜਿਸ ਦੇ ਸਵਾਸ ਵਿਅਰਥ ਗਏ ਹੋਣਗੇ ਉਹਦੇ ਮਨ 'ਤੇ ਬੋਝ ਹੋਏਗਾ। ਜਿਸ ਨੇ ਜ਼ਿੰਦਗੀ ਦੇ ਵਿੱਚ ਵੈਸੇ ਕਮਾਈ ਨਾ ਕੀਤੀ ਹੋਵੇ, ਕੋਈ ਪੈਸਾ ਧੇਲਾ ਨਾ ਜੋੜਿਆ ਹੋਵੇ, ਉਸ ਨੂੰ ਵੀ ਇੱਕ ਡਰ ਜਿਹਾ ਲੱਗਿਆ ਰਹਿੰਦਾ ਵੀ ਮੇਰਾ ਕੀ ਬਣੇਗਾ। ਜਿਸ ਦੇ ਕੋਲ 4 ਪੈਸੇ ਹੋਣ ਉਹਨੂੰ ਇਹ ਆਸ ਜਿਹੀ ਲੱਗੀ ਰਹਿੰਦੀ ਹੈ ਵੀ ਚਲੋ ਕੋਈ ਗੱਲ ਨਹੀਂ, ਜੇ ਬੁਢੇਪੇ ਵਿੱਚ ਕੰਮ ਕਾਜ ਨਾ ਹੋਇਆ ਤੇ 4 ਦਿਨ ਉਹੀ ਜੋੜੇ ਹੋਏ ਪੈਸੇ ਖਰਚ ਕੇ ਬਤੀਤ ਕਰ ਲਵਾਂਗੇ। ਪਰ ਜੇ ਕਿਸੇ ਨੇ ਸਮਾਂ ਹੁੰਦਿਆਂ, ਸਵਾਸ ਹੁੰਦਿਆਂ, ਜੇ ਕੋਈ ਸੀਰੀਅਸ ਆਪਣੀ ਜ਼ਿੰਦਗੀ ਪ੍ਰਤੀ ਨਾ ਹੋਇਆ, ਜਾਂ ਅੱਜ ਦਾ ਸਮਾਂ ਕਿਸੇ ਨੇ ਖਾ ਪੀ ਕੇ ਜਾਂ ਸੌਂ ਕੇ ਲੰਘਾ ਲਿਆ, ਤੇ ਉਹਦਾ ਕੱਲ੍ਹ ਖਰਾਬ ਹੋ ਜਾਣਾ, ਉਹਦਾ ਕੱਲ੍ਹ ਚੰਗਾ ਨਹੀਂ ਹੋਣਾ। ਜਿਸ ਨੇ ਅੱਜ ਮੁਸ਼ੱਕਤ ਮਿਹਨਤ ਕਰਨੀ ਹੈ ਉਹਦਾ ਕੱਲ੍ਹ ਅਵੱਸ਼ ਸਹੀ ਹੋਏਗਾ, ਉਹਦਾ ਕੱਲ੍ਹ ਸੁੱਖਾਂ ਨਾਲ ਭਰਪੂਰ ਹੋਏਗਾ। ਜਿਸ ਨੇ ਅੱਜ ਕਮਾਈ ਕਰਕੇ ਕੋਈ 4 ਪੈਸੇ ਜਮ੍ਹਾਂ ਕਰ ਲਏ, ਉਸ ਨੂੰ ਕਿਸੇ ਦੇ ਅੱਗੇ ਹੱਥ ਅੱਡਣਾ ਜਾਂ ਮੁਹਤਾਜੀ ਨਹੀਂ ਕਰਨੀ ਪਏਗੀ। ਸੋ ਇਸ ਕਰਕੇ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਖੱਟ ਇਹਾਂ ਖਾਟ ਇੱਥੋਂ ਖੱਟ, ਚਲੋ ਹਰ ਲਾਹਾ ਆਗੇ ਬਸਨ ਸੁਹੇਲਾ। ਜੇ ਅੱਗੇ ਦਾ ਬਸਣਾ ਸਹੀ ਕਰਨਾ ਚਾਹੁੰਦਾ, ਮਤਲਬ ਅੱਗੇ ਸਹੀ ਤਰੀਕੇ ਦੇ ਨਾਲ ਰਹਿਣਾ ਚਾਹੁੰਦਾ, ਕੇਵਲ ਉਹ ਚੀਜ਼ ਬਾਰੇ ਨਹੀਂ ਕਿਹਾ ਵੀ ਮਰ ਕੇ ਜਿਹੜਾ ਬੰਦਾ ਦਰਗਾਹ ਦੇ ਵਿੱਚ ਜਾਂਦਾ ਉਸ ਚੀਜ਼ ਨੂੰ ਕਿਹਾ। ਅੱਗੇ ਦਾ ਮਤਲਬ ਆਉਣ ਵਾਲੇ ਮਿੰਟ, ਆਉਣ ਵਾਲੇ ਘੰਟੇ, ਆਉਣ ਵਾਲੇ ਦਿਨ, ਆਉਣ ਵਾਲੇ ਮਹੀਨੇ, ਆਉਣ ਵਾਲੇ ਸਾਲ, ਇਹ ਵੀ ਸਾਡਾ ਅੱਗਾ ਹੈ। ਅੱਜ ਦਾ ਸਮਾਂ ਅੱਜ ਵਿੱਚ ਹੈ, ਕੱਲ੍ਹ ਦਾ ਸਮਾਂ ਭੂਤ ਕਾਲ ਵਿੱਚ ਹੈ, ਆਉਣ ਵਾਲਾ ਸਮਾਂ ਜਿਹੜਾ ਭਵਿੱਖ ਕਾਲ ਹੈ ਇਹ ਅੱਗਾ ਹੈ। ਹੋਰ ਕੇਵਲ ਅੱਗਾ ਉਹ ਨਹੀਂ ਵੀ ਮਰਨ ਤੋਂ ਬਾਅਦ ਅੱਗਾ ਸਵਾਰਿਆ ਜਾਂਦਾ। ਜਿਹੜਾ ਕੱਲ੍ਹ ਸਾਡਾ ਆਉਣਾ ਉਹ ਅਸੀਂ ਅੱਜ ਨੂੰ ਸਫਲ ਕਰਕੇ ਸਵਾਰ ਸਕਦੇ ਹਾਂ, ਅੱਜ ਕਮਾਈ ਕਰਕੇ ਕੱਲ੍ਹ ਨੂੰ ਵਧੀਆ ਬਣਾ ਸਕਦੇ ਹਾਂ। ਇਸ ਕਰਕੇ ਬੇਨਤੀ ਕੀਤੀ ਹੈ ਵੀ ਜਿਹੜੇ ਸਾਡੇ ਸਵਾਸ ਨੇ ਇਹਨਾਂ ਨੂੰ ਗੁਰੂ ਸਾਹਿਬ ਜੀ ਹੁਕਮ ਕਰਦੇ ਨੇ ਲੇਖੇ ਵਿੱਚ ਲਾ ਦਿਓ, ਇਹਨਾਂ ਨੂੰ ਚੰਗੇ ਪਾਸੇ ਲਾ ਦਿਓ, ਇਹਨਾਂ ਨੂੰ ਸੰਗਤ ਵਿੱਚ ਲਾ ਦਿਓ, ਇਹਨਾਂ ਨੂੰ ਚੰਗੇ ਇਨਸਾਨਾਂ ਕੋਲ ਬਹਿ ਕੇ ਚੰਗੀਆਂ ਗੱਲਾਂ ਵਿੱਚ ਲਾ ਦਿਓ, ਚੰਗੀਆਂ ਵਿਚਾਰਾਂ ਦੇ ਵਿੱਚ ਲਾ ਦਿਓ। ਔਰ ਸਵਾਸ ਜਿਹੜੇ ਨੇ ਇਹ ਜਿਹੜੇ ਨੇ ਬਿਰਥਾ ਨਹੀਂ ਜਾਣੇ ਚਾਹੀਦੇ। ਇਹ ਸਾਹ ਜਿਹੜੇ ਨੇ ਖਰਾਬ ਨਹੀਂ ਹੋਣੇ ਚਾਹੀਦੇ ਨੇ, ਕਿਉਂਕਿ ਇਹਨਾਂ ਦੀ ਕੋਈ ਕੀਮਤ ਨਹੀਂ। ਦੇਖੋ ਸਵਾਸਾਂ ਦੀ ਕੋਈ ਕੀਮਤ ਨਹੀਂ। ਜਦੋਂ ਕਿਸੇ ਬੰਦੇ ਨੂੰ ਆਕਸੀਜਨ ਲੱਗਦੀ ਹੈ ਉਹਦਾ ਘੰਟਿਆਂ ਦਾ ਬਿੱਲ ਬਣਨਾ ਸ਼ੁਰੂ ਹੁੰਦਾ। ਦੇਖੋ ਉਹ ਟੈਂਪਰੇਰੀ ਕਈ ਵਾਰ ਉਸ ਨੂੰ ਸਾਹ ਦਿੰਦੇ ਨੇ, ਜੇ ਉਹ ਆਕਸੀਜਨ ਲਾ ਦਿੰਦੇ ਨੇ ਅਤੇ ਉਹਨੂੰ ਸਾਹ ਔਖੇ ਆਉਣੇ ਸ਼ੁਰੂ ਹੋ ਜਾਂਦੇ ਨੇ, ਉਹ ਮਰ ਵੀ ਸਕਦਾ। ਇਹਦਾ ਮਤਲਬ ਸਾਹ ਕਿੰਨੇ ਕੀਮਤੀ ਨੇ। ਉਹ ਆਕਸੀਜਨ ਜੇ ਕੋਈ ਡਾਕਟਰ ਲਾਵੇ ਤਾਂ ਹਜ਼ਾਰਾਂ ਲੱਖਾਂ ਬਿੱਲ ਜੇ 15-15 ਦਿਨ ਲੱਗੀ ਰਹੇ, ਕਿੰਨੇ ਪੈਸੇ ਬਣ ਜਾਂਦੇ ਨੇ। ਸੋ ਇਸ ਲਈ ਜਿਹੜੇ ਸਾਹ ਸਾਨੂੰ ਕੁਦਰਤ ਨੇ ਦਿੱਤੇ ਨੇ ਇਹ ਕੇਵਲ ਜ਼ਿੰਦਗੀ ਬਤੀਤ ਕਰਨ ਦੇ ਲਈ ਨਹੀਂ ਦਿੱਤੇ ਵੀ ਤੂੰ ਜ਼ਿੰਦਗੀ ਨੂੰ ਬਤੀਤ ਕਰ। ਮਹਾਰਾਜ ਜੀ ਕਹਿੰਦੇ ਇਹਨਾਂ ਸਵਾਸਾਂ ਦੇ ਨਾਲ
उस राम नू, उस भगवान नू, उस वाहिगुरू नू याद करना। बस सवास इसलिए दिते सी, ना कि सवास दुनिया दे लई दिते सी। दुनिया दे लई सवास खर्च कीते असी, ते दुनिया ने की सानू दिता? नाराज़गी। किसी दे लई तुसीं जिन्ना मर्जी मर के वेख लो, कम करके वेख लो, जे एक दिन, 2 दिन, 4 दिन ना किया जाए, किसी के पैर ते ढिला पैसा ना रखा जाए, वो जिहड़ी साडी पहले कीती कमाई है वो भी उसनूं वो व्यर्थ कर दिंदा है, वो भी किसी काम नहीं आउंदी। इस करके संसार दी ये रवायत है, संसार का ये सुभाव है। जदों तक किसी नूं उस दी खुराक मिलती रहे, ध्यान देना, पैसे चाहण वाले नूं पैसे मिलते रहन, वडियाई वाले नूं वडियाई मिलती रहे, तो वो बंदा खुश रहिंदा है। जदों चीज़ बंद कर दी जाए, वो पिछली सारी जीरो, पिछला सारा किया वह खराब हो जाता है, खत्म हो जाता है। ਜਾਂ मैं बहुत सौखी उदाहरण देना हुन्ना, कोई अपने घर रोज़ पैसे देवे, रोज़ पैसे देवे, रोज़ पैसे देवे, 10 साल 20 साल 40 साल 50 साल, जे वो किते हफ्ता 10 दिन देने बंद कर देवे, वो 10 20 50 साल के पैसे दिते वो गिनती दे विच नहीं ले जाते, वो झगड़ पैंदे ने, लड़ पैंदा संसार परिवार। इस करके ये लोग जिहड़े ने, दुनिया जिहड़ी है साडी दमड़ी दी भुखी है, दमड़ी चाहुंदा संसार। सो इस करके साडे सवासां नूं किसी ने वधाउणा नहीं, किसी ने इन्हां नूं लेखे दे विच नहीं लाउणा, असीं खुद नहीं लेखे लाउणा। मेरा पुत्तर मेरे सवास लेखे च नहीं ला सकदा, मैं अपनी घरवाली दे थोड़ा ला सकदा, उन्हें अपने लाने ने लेखे विच। जे वो मेरा टब्बर उठ जाएगा, रब का नाम लेगा, उन्होंने फायदा, जे नहीं उठेगा उसका नुकसान। जे मैं उठांगा, मैं भजन बंदगी करांगा, चंगे विचार सोचांगा, सुनावांगा, सुनांगा, वह मैनू फायदा होना, क्योंकि इस कलयुग दे विच कर्मी आपो आप सारिਆਂ ਨੂੰ अपनी अपनी खेती अपनी आप वढ़नी पैनी है। सो इस करके विचार शुरू होया, आरंभ होया भी अपने सवासां नूं असीं सफल करना है, सफल कर रही है। सो जिहड़ा गुरु की याद विच बहिंदा, चाहे दिन होवे, रात होवे, सुबह होवे, शाम होवे, दोपहर होवे, जदों भी उहदी याद विच बहिंदा वो सवास सफल। सो इस करके भगत कबीर जी ने तो इत्थों तक कह दिता सी भी मेरी माई मेरी माँ मुस मुस रोवे कबीर की माई। मैनू नाम जपदे नूं देख के मेरी माई परेशान हो जाती सी। वो कहती सी ये मन जिहड़ा काम विच नहीं लाउंदा, तनना बुनना सब तजियो है कबीर, हर का नाम लिख लियो शरीर, जब लग तागा बाहो बेही, तब लग बिसरे राम स्नेही। जिमें कोई बंदे नूं काम करदे नूं हटाओ, कहंदा मैनू ना छेड़, काम कर लैंदे, मैं काम विच लगा होया, मेरा हुण बहुत इंटरस्ट बनया होया काम च, मैनू ना छेड़, कहीदा है ना, मैनू डिस्टर्ब ना कर। तो जिहड़े भगत प्यारे ने वो हरि दे नाम दे विच जदों लगे हुंदे ने, ते उन्हां दा दिल भी नहीं करदा भी उत्थों साडी लिव टुटे। तो वह भी फिर कहते ने भी जब लग तागा बाहो बेही, तब लग बिसरे राम स्नेही। जदों मैं अपने मूँह दे विच धागा गिला करके या नलपी दे विच या किसी भी चीज़ दे विच धागा पाउना हाँ, उन्ने चिर वास्ते भी मैं रब तो दूर होके जिउंदा नहीं रह सकदा। आखां जीवां विसरै मर जा। सो जिहड़े साडे भगत ने, साडे गुरु ने, उन्होंने सानू ये चीज़ दसी है भी तुहाडे सवास बहुत कीमती हैं, इन्हां नूं वध तों वध लेखे विच लाओ। ये ही तुहाडे जीवन का असली मकसद है। लंगर पानी पहलां भी मिलदा पिया सी ते हुण भी मिली जाना है। मेहनत जरूर करनी है, ये नहीं भी मेहनत नहीं करनी भी सैल पत्थर मैं जानती हो पाए, ताका रिजक आगे कर धरिया, रब सारिਆਂ नूं दे रिहा ते दिंदा रहना। सो इस करके रब का शुकराना जरूर करना चाहिए। अपने काम दे विचों भी टाइम गुरु दे लई, महाराज दे लई, शुकराने लई कढ़ना चाहिए। जिवें परिवार दे लई असी 8 जगह की जगह 12 घंटे तक भी काम कर लैंदे हाँ, ड्यूटी कर लैंदे हाँ, जां किन्ने किन्ने असी प्रोग्राम बाहर भी करके आउंदे हाँ, किहदे लई? परिवार लई।
ਇੱਥੇ ਪਰਿਵਾਰ ਲਈ ਕਰ ਲਿਆ, ਪੈਸਾ ਟਕਾ ਜਮ੍ਹਾਂ ਕਰ ਲਿਆ ਉਹਨਾਂ ਦੇ ਲਈ। ਆਪਣੇ ਲਈ ਕੀ ਕੀਤਾ? ਆਪਣੇ ਲਈ ਉਹੀ ਕੰਮ ਆਉਣਾ ਹੈ। ਬਾਣੀ ਵਿੱਚ ਲਿਖਿਆ, ਅਵਰ ਕਾਜ ਤੇਰੇ ਕਿਤੇ ਨਾ ਕੰਮ। ਬਾਕੀ ਜਿਹੜਾ ਸੰਸਾਰ ਦੇ ਵਿੱਚ ਜਦੋਂ ਕਾਰ ਵਿਹਾਰ ਕਰਦਾ, ਇਹ ਢਿੱਡ ਦੀ ਰੋਟੀ ਦੇ ਲਈ ਤੇ ਹੈ, ਇਹ ਤੇਰਾ ਗੁਜਰਾਨ ਹੈ ਬਸ, ਇਸ ਤੋਂ ਵੱਧ ਕੁਛ ਨਹੀਂ ਹੈ। ਹਾਂ, ਇਹਦੇ ਤੋਂ ਅੱਗੇ ਕਰਮ ਹੈ ਬਸ। ਕਰਮਾਂ ਦੀ ਖੇਤੀ ਨੂੰ ਕਰੇਗਾ ਤੇ ਇਹ ਨਾਮ ਧਨ ਬਣ ਜਾਏਗਾ। ਜੇ ਕਰਮਾਂ ਦੀ ਖੇਤੀ ਨਾ ਕੀਤੀ ਤੇ ਇਹ ਜਿਹੜੀ ਦੁਨੀਆ ਦੀ ਕਰੰਸੀ ਜਾਂ ਪੈਸੇ ਨੇ, ਇਹ ਕੇਵਲ ਇਸ ਸੰਸਾਰ 'ਤੇ ਖਰਚ ਕਰਨ ਵਾਸਤੇ ਹੀ ਰਹਿ ਜਾਣਗੇ। ਆਪ ਕਰ ਲਈ ਥੋੜ੍ਹੇ ਬਹੁਤੇ, ਜਾਂ ਬਾਅਦ ਵਿੱਚ ਕੋਈ ਕਰ ਲਏਗਾ। ਸੋ ਗੁਰੂ ਸਾਹਿਬ, ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ, ਮਨ ਤ੍ਰਿਪਤਾਨੋ ਮਿਟੇ ਜੰਜਾਲ, ਪ੍ਰਭ ਆਪਣਾ ਹੋਇਆ ਕਿਰਪਾਲ। ਜਿਸ 'ਤੇ ਮਹਾਰਾਜ ਦਇਆਵਾਨ ਹੁੰਦਾ, ਜਿਸ 'ਤੇ ਮਹਾਰਾਜ ਦਿਆਲਤਾ ਕਰਦਾ ਜਾਂ ਦਿਆਲੂ ਹੁੰਦਾ, ਮਨ ਤ੍ਰਿਪਤਾਨੋ, ਉਹਦਾ ਮਨ ਰੱਜ ਜਾਂਦਾ ਹੈ, ਉਹਨੂੰ ਮਾਲਕ ਰਜਾ ਦਿੰਦਾ ਹੈ। ਜਿਸ 'ਤੇ ਮਹਾਰਾਜ ਦੀ ਮਿਹਰ ਕਿਰਪਾ ਹੋ ਜਾਂਦੀ ਹੈ, ਉਸ ਨੂੰ ਮਹਾਰਾਜ ਸੰਤੋਖ ਦੇ ਦਿੰਦਾ, ਸਬਰ ਦੇ ਦਿੰਦਾ, ਮਤਲਬ ਰੱਜ ਜਾਂਦਾ। ਉਹਦੀ ਦੌੜ ਘਟਾ ਦਿੰਦਾ, ਉਹਦੀ ਤ੍ਰਿਸ਼ਨਾ ਨੂੰ ਮਹਾਰਾਜ ਜੀ ਖਤਮ ਕਰ ਦਿੰਦਾ, ਮੁਕਾ ਦਿੰਦਾ। ਕਦੋਂ ਤ੍ਰਿਸ਼ਨਾ ਬੁੱਝੇ ਹਰਿ ਕੈ ਨਾਮ, ਪ੍ਰਭ ਆਪਣਾ ਹੋਇਆ ਕਿਰਪਾਲ, ਮਨ ਤ੍ਰਿਪਤਾਨੋ ਮਿਟੇ ਜੰਜਾਲ। ਸਾਰੇ ਜਿਹੜੇ ਮਾਇਆ ਦੇ ਮੋਹ ਦੇ ਬੰਧਨ ਨੇ, ਜੇ ਕੋਈ ਕਹੇ ਵੀ ਮੈਂ ਮਾਇਆ ਦੇ ਬੰਧਨ ਤੋੜ ਲਵਾਂ, ਕੋਈ ਤੋੜ ਨਹੀਂ ਸਕਦਾ। ਗੁਰੂ ਮਹਾਰਾਜ ਜੀ ਮਿਹਰ ਕਰਨ, ਸੰਸਾਰ ਦੇ ਪਦਾਰਥਾਂ ਵੱਲੋਂ ਮਨ ਉਚਾਟ ਹੋ ਸਕਦਾ। ਗੁਰੂ ਸਾਹਿਬ ਮਿਹਰ ਕਰਨ, ਮਨ ਭਾਂਤ ਭਾਂਤ ਦੇ ਰਸਾਂ ਨੂੰ ਚਖਣਾ ਚਾਹੁੰਦਾ ਜਾਂ ਖਾਣਾ ਚਾਹੁੰਦਾ, ਇਹ ਗੁਰੂ ਸਾਹਿਬ ਹੀ ਮਿਹਰ ਕਰਨ ਤੇ ਮਨ ਹਟ ਸਕਦਾ, ਨਹੀਂ ਤੇ ਮਨ ਨਹੀਂ ਮੁੜਦਾ। ਗੁਰੂ ਸਾਹਿਬ ਹੀ ਮਿਹਰ ਕਰਨ ਤੇ ਸੰਸਾਰ ਦੀ ਭੱਜ ਦੌੜ ਨੂੰ ਬੰਦਾ ਘਟਾ ਸਕਦਾ, ਨਹੀਂ ਤੇ ਬੰਦਾ ਆਪਣੀ ਭੱਜ ਦੌੜ ਨੂੰ ਘਟਾਉਂਦਾ ਹੀ ਨਹੀਂ, ਸਗੋਂ ਦਿਨੋਂ ਦਿਨ ਵਧਾਉਂਦਾ। ਇੱਕ ਗਰੀਬ ਬੰਦਾ ਜਿਹਨੇ 2 ਵਕਤ ਦੀ ਰੋਟੀ ਉਸੇ ਪੈਸੇ ਦੇ ਨਾਲ ਖਾਣੀ ਹੈ, ਉਹਦੀ ਦੌੜ ਲੱਗੀ ਰਹਿੰਦੀ, ਉਹ ਤੇ ਵਾਜਬ ਮੰਨਿਆ ਜਾ ਸਕਦਾ ਵੀ ਇਸ ਨੇ 500-400 ਰੁਪਈਆ ਕਮਾਉਣਾ ਤੇ ਉਹਦੇ ਨਾਲ ਹੀ ਖਰਚ ਕਰਨਾ। ਜਿਹਦੇ ਕੋਲ ਇਤਨਾ ਕਿ ਉਸਨੇ ਇਕੱਠਾ ਕੀਤਾ ਵੀ ਉਹ ਸਾਰੀ ਜ਼ਿੰਦਗੀ ਵੀ ਖਰਚ ਕਰੀ ਜਾਵੇ ਤੇ ਮੁੱਕਦਾ ਨਹੀਂ, ਉਹਦੀ ਅੱਗੇ ਔਲਾਦ ਵੀ ਖਰਚ ਕਰੀ ਜਾਵੇ ਤੇ ਮੁੱਕਦਾ ਨਹੀਂ, ਜੇ ਉਹ ਵੀ ਦਿਨ ਰਾਤ ਹੀ। ਬਾਣੀ ਦੇ ਵਿੱਚ ਬਹੁਤ ਪਿਆਰੀਆਂ ਪੰਕਤੀਆਂ ਲਿਖੀਆਂ ਨੇ, ਜੇ ਦਿਨ ਰਾਤ ਮਰੀ ਜਾਏ, ਬਾਣੀ ਵਿੱਚ ਲਿਖਿਆ, ਰਾਤ ਜੇ ਸੋਵੇ ਦਿਨ ਕਰੇ ਕਾਮ, ਇੱਕ ਖਿਨ ਲੈਣਾ ਹਰ ਕੋ ਨਾਮ। ਤੇ ਮਤਲਬ ਰਾਤ ਸਾਰੀ ਸੌਂ ਕੇ ਰੱਜ ਕੇ ਸੌਈ ਜਾਵੇ, ਦਿਨੇ ਰੱਜ ਕੇ ਕਮਾਈ ਕਰੀ ਜਾਵੇ। ਤੇ ਗੁਰੂ ਸਾਹਿਬ ਜੀ ਕਹਿੰਦੇ ਜ਼ਿੰਦਗੀ ਲੇਖੇ ਵਿੱਚ ਥੋੜ੍ਹਾ ਹੈ, ਉਹ ਲੇਖੇ ਦੇ ਵਿੱਚ ਨਹੀਂ ਹੈ। ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਈ, ਹੀਰੇ ਜੈਸਾ ਜਨਮਾਇਆ ਕੌਡੀ ਬਦਲੇ ਜਾਏ। ਮੈਂ ਆਪਣੇ ਪਰਿਵਾਰ ਲਈ ਲੱਖ ਜੋੜ ਸਕਦਾ, ਕਰੋੜ ਜੋੜ ਸਕਦਾ, 2 ਕਰੋੜ ਜੋੜ ਲਿਆ, ਆਪਣੇ ਲਈ ਜੋੜਿਆ, ਕਿਸੇ ਲਈ ਥੋੜ੍ਹੋ। ਉਹਦਾ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਫਾਇਦਾ ਹੋਣਾ, ਕਿਸੇ ਨੂੰ ਕੀ ਫਾਇਦਾ ਹੋਇਆ? ਜਾਂ ਕੋਈ ਕਿਸੇ 'ਤੇ ਆਪਣੀ ਅਮੀਰੀ ਦਾ ਐਵੇਂ ਰੋਹਬ ਝਾੜੀ ਜਾਵੇ, ਉਸ ਦੀ ਅਮੀਰੀ ਉਹਨੂੰ ਮੁਬਾਰਕ। ਹਰ ਇੱਕ ਨੇ ਆਪਣੀ ਆਪਣੀ ਕਮਾਈ ਕਰਕੇ ਹੀ ਖਾਣਾ। ਜੇ ਕੋਈ ਬਹੁਤ ਜ਼ਿਆਦਾ ਲੈਂਡਲੌਰਡ, ਬਹੁਤ ਜ਼ਿਆਦਾ ਅਮੀਰ ਹੈ, ਉਸ ਦੀ ਅਮੀਰੀ ਉਸ ਦੇ ਪਰਿਵਾਰ ਲਈ ਹੈ, ਕਿਸੇ ਦੇ ਲਈ ਨਹੀਂ। ਹਾਂ, ਜੇ ਕੋਈ ਉਹ ਧਰਮੀ ਪੁਰਖ ਹੈ, ਜੇ ਉਹ ਆਪਣੀ ਕਮਾਈ ਦੁਆਰਾ ਸਮਾਜ ਦੇ ਵਿੱਚ ਜਾਂ ਪਰਉਪਕਾਰ ਵਾਲੀ ਭਾਵਨਾ ਰੱਖਦਾ, ਲੋੜਵੰਦ ਦੀ ਮਦਦ ਕਰਦਾ, ਫਿਰ ਉਹਦੇ ਕੋਲ ਜੋ ਵੀ ਜਮ੍ਹਾਂ ਕੀਤਾ ਉਹ ਮੁਬਾਰਕ ਹੈ। ਗੁਰੂ ਨਾਨਕ ਮਹਾਰਾਜ ਜੀ ਨੇ ਇੱਦਾਂ ਦੀਆਂ ਸਿੱਖਿਆਵਾਂ ਦਿੱਤੀਆਂ ਸਨ ਵੀ ਜਿਹੜੇ ਵੱਡੇ ਵੱਡੇ ਸੇਠ ਸੀ, ਉਹਨਾਂ ਨੇ ਵੀ ਆਪਣਾ ਧਨ ਵੰਡਣਾ ਸ਼ੁਰੂ ਕਰ ਦਿੱਤਾ ਸੀ। ਮਹਾਰਾਜ ਜੀ ਸੂਈ ਦੇ ਕੇ ਸਮਝਾਉਂਦੇ ਸਨ ਵੀ ਆਹ ਲੈ ਸੇਠਾ ਸੂਈ, ਤੇਰੇ ਕੋ ਅੱਗੇ ਜਾ ਕੇ ਲੈ ਲਵਾਂਗੇ। ਉਹ ਕਹਿੰਦੇ ਸੂਈ ਅੱਗੇ ਕਿੱਥੇ ਜਾਂਦੀ? ਤੇ ਮਹਾਰਾਜ ਜੀ ਕਹਿੰਦੇ ਇੰਨਾ ਧਨ ਚੱਲ ਜਾਊਗਾ ਜਿਹੜਾ ਤੂੰ ਸ਼ੌਂਕ ਪਾਲਿਆ ਹੋਇਆ ਵੀ ਮੈਂ ਸਭ ਤੋਂ ਅਮੀਰ ਬਣਨਾ, ਇਹ ਕਿੱਥੇ ਚਲੇ ਜਾਣਾ? ਤੇ ਦਿਨ ਰਾਤ ਤੂੰ ਆਪਣੇ ਆਪ ਨੂੰ ਖਰਾਬ ਕਰ ਲਿਆ, ਸਿਹਤ ਖਰਾਬ ਕਰ ਲਈ। ਹਾਂ, ਗੁਜਰਾਨ ਹੈ ਮਾਇਆ, ਆਪਣੀ ਰੋਜੀ ਰੋਟੀ ਭੋਜਨ ਦੇ ਲਈ, ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਕਮਾਈ ਜ਼ਰੂਰ ਕਰਨੀ ਹੈ, ਕਿਰਤ ਕਰਨ ਨੂੰ ਕਿਹਾ। ਪਰ ਮਹਾਰਾਜ ਜੀ ਕਹਿੰਦੇ ਦਿਨ ਰਾਤ ਖਪੀ ਨਾ ਜਾਈ, ਮਰੀ ਨਾ ਜਾਈ,
ਤੇ ਉਸ ਪਰਮੇਸ਼ਰ ਨੂੰ ਭੁੱਲ ਨਾ ਜਾਈ। ਇਸ ਕਰਕੇ ਤੂੰ ਜੋ ਮਰਜ਼ੀ ਕਰੀ ਜਾਈ, ਜੇ ਤੂੰ ਕਵੇਂ ਮੈਨੂੰ ਇਹਦੇ ਨਾਲ ਰੱਜ ਆ ਜਾਏਗਾ, ਰੱਜ ਨਹੀਂ ਆਉਂਦਾ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਮਾਇਆ ਦੇ ਨਾਲ ਕੋਈ ਬੰਦਾ ਰੱਜਦਾ ਨਹੀਂ, ਨਾ ਕੋਈ ਪਦਾਰਥਾਂ ਦੇ ਨਾਲ ਰੱਜਦਾ, ਨਾ ਕੋਈ ਜ਼ਮੀਨ ਜਾਇਦਾਦ ਦੇ ਨਾਲ ਰੱਜਦਾ। ਇੱਕ ਹੋਰ ਇੱਕ ਹੋਰ ਇੱਕ ਹੋਰ 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 ਬਸ ਹੋਰ ਹੋਰ ਕਰਦਿਆਂ ਨੂੰ ਮਹਾਰਾਜ ਜੀ ਕਹਿੰਦੇ ਕਾਲ ਆ ਜਾਂਦਾ। ਸੋ ਇਸ ਕਰਕੇ ਰੱਜਣਾ ਹੈ ਮਨ ਤ੍ਰਿਪਤਾਨੋ ਮਿਟੇ ਜੰਜਾਲ, ਪ੍ਰਭ ਆਪਣਾ ਹੋਇਆ ਕਿਰਪਾਲ। ਤ੍ਰਿਪਤਾਨੋ ਮਤਲਬ ਰੱਜਣਾ। ਸਤਿਗੁਰੂ ਜੀ ਕਹਿੰਦੇ ਉਹ ਰੱਜ ਜਾਏਗਾ ਜਿਸ 'ਤੇ ਮਹਾਰਾਜ ਦਇਆ ਕਰ ਦੇਗਾ, ਜਿਸ 'ਤੇ ਮਹਾਰਾਜ ਮਿਹਰ ਕਰ ਦੇਗਾ, ਉਹਨੂੰ ਸਬਰ ਮਿਲ ਜਾਏਗਾ। ਉਹ ਥੋੜ੍ਹੇ ਦੇ ਵਿੱਚ ਕਹੇਗਾ ਬਹੁਤਾ ਕਹੀਏ ਬਹੁਤਾ ਹੋਏ। ਅਤੇ ਜਿਹੜਾ ਸੋਮ ਮਨੁੱਖ ਹੈ, ਲਾਲਚੀ ਲੋਭੀ ਮਨੁੱਖ ਹੈ, ਉਹ ਕਹੇਗਾ ਕੁਛ ਵੀ ਨਹੀਂ, ਕੁਝ ਵੀ ਨਹੀਂ, ਕੁਝ ਵੀ ਨਹੀਂ, ਕੁਝ ਵੀ ਨਹੀਂ। ਵੀ ਜਿਸ 'ਤੇ ਮਹਾਰਾਜ ਜੀ ਦੀ ਮਿਹਰ ਹੈ ਉਹ ਕਹੇਗਾ ਬੜਾ ਕੁਝ ਹੈ, ਬਹੁਤਾ ਕਹੀਏ ਬਹੁਤਾ ਹੋਏ। ਇਹ ਕੁਦਰਤੀ ਹੈ। ਜਦੋਂ ਕੋਈ ਇਨਸਾਨ ਕਹਿੰਦਾ ਬਹੁਤ ਮਹਾਰਾਜ ਦੀ ਕਿਰਪਾ, ਬੜਾ ਕੁਛ ਉਸ ਦਾ ਦਿੱਤਾ ਹੋਇਆ, ਨਾਲ ਹੀ ਬਰਕਤ ਆ ਜਾਂਦੀ ਹੈ, ਨਾਲ ਹੀ ਬਰਕਤ ਆ ਜਾਂਦੀ। ਜਦੋਂ ਭਾਈ ਪੱਲੇ ਦੇ ਘਰ ਸਾਰੇ ਪਿੰਡ ਦੇ ਲੋਕ ਲੰਗਰ ਛਕਣ ਆ ਗਏ ਸੀ, ਅਤੇ ਉਹਦੀ ਮਾਂ ਨੇ ਇੱਕ ਛੋਟੇ ਜਿਹੇ ਭਾਂਡੇ ਦੇ ਵਿੱਚ ਹੀ ਦਾਲ ਬਣਾਈ ਸੀ। ਅਤੇ ਮਹਾਰਾਜ ਜੀ ਕਹਿੰਦੇ ਵੀ ਭਾਈ ਬਸ ਗੁਰੂ ਨਾਨਕ ਦਾ ਨਾਮ ਲੈ ਕੇ, ਅਕਾਲ ਪੁਰਖ ਦਾ ਨਾਮ ਲੈ ਕੇ ਬਸ ਦੇਖਣਾ ਨਹੀਂ ਪਿੱਛੇ ਮੁੜ ਕੇ, ਬਸ ਵਰਤਾਈ ਜਾਣਾ ਵਰਤਾਈ ਜਾਣਾ। ਅਤੇ ਗੁਰੂ ਮਹਾਰਾਜ ਜੀ ਬਾਣੀ ਵਿੱਚ ਵੀ ਕਹਿੰਦੇ ਨੇ ਵੀ ਤੋਟ ਨਾ ਆਵੇ ਵੱਧ ਹੋ ਜਾਏ। ਬਰਕਤ ਵੱਧਦੀ ਹੈ, ਧਿਆਨ ਦੇਣਾ, ਬਖਸ਼ਿਸ਼ ਵੱਧਦੀ ਹੈ। ਗੁਰੂ ਜਿਸ 'ਤੇ ਬਖਸ਼ਿਸ਼ ਕਰਦੇ, ਜਿਸ 'ਤੇ ਮਿਹਰ ਕਰਦੇ, ਉਹਦਾ ਧਨ ਭਾਵੇਂ ਨਾਲੋਂ ਨਾਲ ਖਰਚ ਹੋਈ ਜਾਏ, ਉਹ ਨਾਲੋਂ ਨਾਲ ਆਈ ਜਾਂਦਾ, ਪਤਾ ਨਹੀਂ ਕਿੱਥੋਂ, ਆਪਣੇ ਆਪ। ਇਹ ਗੁਰੂ ਦੀ ਬਰਕਤ ਹੁੰਦੀ ਹੈ, ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਇਸ ਕਰਕੇ ਜਿਸ 'ਤੇ ਬਖਸ਼ਿਸ਼ ਹੋ ਗਈ, ਉਹਦੇ ਘਰ ਦੇ ਵਿੱਚੋਂ ਕਦੀ ਵੀ ਰਿਜ਼ਕ ਖਤਮ ਨਹੀਂ ਹੋ ਸਕਦਾ। ਗੁਰੂ ਸਾਹਿਬ ਜੀ ਨੇ ਗਰੰਟੀ ਦਿੱਤੀ ਹੈ, ਜਿਸ ਨੂੰ ਗੁਰੂ 'ਤੇ ਭਰੋਸਾ ਹੋਵੇ, ਜਿਸ ਨੂੰ ਸਬਰ ਸ਼ੁਕਰ ਮਿਲਿਆ ਹੋਵੇ, ਉਹਦੇ ਘਰ ਦੇ ਵਿੱਚ ਆ ਕੇ ਭਾਵੇਂ ਜੋ ਮਰਜ਼ੀ ਕੋਈ ਆ ਕੇ ਛਕ ਜਾਵੇ, ਖਾ ਜਾਏ, ਲੈ ਜਾਏ, ਉਹਨੂੰ ਕਦੀ ਵੀ ਉਸ ਚੀਜ਼ ਦੇ ਵਿੱਚ ਘਾਟਾ ਨਹੀਂ ਪਏਗਾ। ਅਤੇ ਉਹ ਚੀਜ਼ ਹਮੇਸ਼ਾ ਵਾਧੇ ਵੱਲ ਜਾਏਗੀ, ਬਰਕਤ ਵਾਧੇ ਵੱਲ ਲੈ ਕੇ ਜਾਂਦੀ ਹੈ। ਔਰ ਜਿਹੜੀ ਹੱਥ ਘੁੱਟਣ ਵਾਲੀ ਭਾਵਨਾ, ਸੂਮ ਬੰਦੇ ਵਾਲੀ ਭਾਵਨਾ ਜਾਂ ਕੰਜੂਸਪਨ ਜਿਹੜਾ, ਇਹ ਬਰਕਤ ਨੂੰ ਘਟਾਉਂਦਾ ਹੈ, ਇਹ ਬਰਕਤ ਨੂੰ ਘਟਾਉਂਦਾ ਹੈ। ਸੋ ਇਸ ਕਰਕੇ ਆਮ ਕਰਕੇ ਅਸੀਂ ਦੁਨੀਆ ਵਿੱਚ ਵਿਚਰਦੇ ਹਾਂ, ਕਈਆਂ ਦੇ ਹੱਥ ਬੜੇ ਖੁੱਲ੍ਹੇ ਹੁੰਦੇ ਨੇ, ਕੋਈ ਵੀ ਚੀਜ਼ ਦਿੰਦੇ ਨੇ ਉਹ ਖੁੱਲ੍ਹੀ ਦਿੰਦੇ ਨੇ, ਅਤੇ ਉਹਨਾਂ ਕੋਲ ਬਰਕਤ ਬਹੁਤ ਹੁੰਦੀ। ਕਈ ਬਹੁਤ ਐਨ ਪੂਰਾ ਮਿਣ ਕੇ ਤੋਲ ਕੇ ਮੱਥਾ ਵੀ ਸ਼ਟਾਂਕ ਵੀ ਜ਼ਿਆਦਾ ਨਾ ਚਲੀ ਜਾਏ, ਉੱਥੇ ਬਰਕਤ ਨਹੀਂ ਰਹਿੰਦੀ। ਇਸ ਕਰਕੇ ਇਹ ਕੁਦਰਤੀ ਹੈ, ਕਿਉਂਕਿ ਇਹ ਚੀਜ਼ ਸਾਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਸਿਖਾਈ ਹੈ। 13 ਤੋਲ ਕੇ ਇਹ ਸਾਨੂੰ ਗੁਰੂ ਮਹਾਰਾਜ ਜੀ ਨੇ ਆਪ ਸਿਖਾਇਆ। ਉਹ 13 ਜਦੋਂ ਤੋਲਦੇ ਸੀ, ਉਹ ਝੋਲੀਆਂ ਭਰੀ ਜਾਂਦੇ ਸੀ ਗੁਰੂ ਨਾਨਕ ਮਹਾਰਾਜ ਜੀ ਸੁਲਤਾਨਪੁਰ। ਅਤੇ ਉਹ ਦੇਖਣ ਵਾਲਿਆਂ ਨੇ ਸ਼ਿਕਾਇਤ ਕੀਤੀ, ਇਹ ਤਾਂ ਤੁਹਾਡਾ ਖਜ਼ਾਨਾ ਲੁਟਾ ਦੇਗਾ ਭਾਈ, ਮੋਦੀ ਜਿਹੜਾ ਨਵਾਂ ਲਾਇਆ, ਇਹ ਤਾਂ ਤੁਹਾਡਾ ਸਭ ਕੁਝ ਉਜਾੜ ਦੇਵੇਗਾ। ਇੱਦਾਂ ਥੋੜ੍ਹਾ ਹੁੰਦਾ, ਤਰੀਕੇ ਨਾਲ ਹੁੰਦਾ। ਜਿਵੇਂ ਦੁਕਾਨਦਾਰ ਕੰਡੇ ਦੇ ਉੱਪਰ ਚੀਜ਼ ਰੱਖਦੇ, ਮਾੜਾ ਜਿਹਾ ਵੀ ਥੋੜ੍ਹਾ ਜਿੱਥੇ ਸੌਦਾ ਪਿਆ ਹੋਵੇ ਭਾਰ ਵਾਜੇ, ਇੱਕਦਮ ਕੱਢਦੇ ਨੇ ਬਾਹਰ, ਅਤੇ ਪੂਰੀ ਮਿਣ ਕੇ ਤੋਲ ਕੇ। ਕਈ ਵਿਚਾਰੇ ਵਾਧੂ ਵੀ ਪਾ ਜਾਂਦੇ, ਮੁੱਠ ਵਾਧੂ ਪਾ ਦਿੰਦੇ ਨੇ। ਉਹ ਇੱਕ ਬਰਕਤ ਦੀ ਨਿਸ਼ਾਨੀ ਹੁੰਦੀ ਹੈ, ਕੋਈ ਘਾਟਾ ਨਹੀਂ ਪੈਂਦਾ। ਅਤੇ ਗੁਰੂ ਨਾਨਕ ਮਹਾਰਾਜ ਜੀ ਨੇ ਇਹ ਚੀਜ਼ ਸਾਨੂੰ ਸਿਖਾਈ ਹੈ, ਬਹੁਤਾ ਕਹੀਏ ਬਹੁਤਾ ਹੋਏ। ਉਹਨਾਂ ਨੇ ਆਪ ਇਹ ਵੰਡ ਕੇ ਦੱਸਿਆ। ਜੇ ਉਹਨਾਂ ਨੇ 20 ਸੀ ਅਤੇ ਉਹਨਾਂ ਨੇ 20 ਵੰਡ ਦਿੱਤੇ, ਉਹਨੇ 2 ਨਹੀਂ ਖਰਚ ਕੀਤੇ। ਸਾਡੀ ਦੇਹ ਵਿੱਚ 100 ਹੋਏਗਾ ਅਤੇ ਅਸੀਂ 10 ਖਰਚਣੇ ਨੇ ਚੰਗੇ ਪਾਸੇ, ਜਾਂ 2-4 ਰੁਪਈਏ ਅਸੀਂ ਮੱਥਾ ਟੇਕਣਾ। ਪਰ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ 20 ਦੇ 20 ਨੇ, ਉਹ 20 ਦੇ 20 ਖਰਚ ਕੇ ਵੀ ਬਰਕਤਾਂ ਉਹਨਾਂ ਦੇ। ਇਹ ਸਿਰਫ ਉਹਨਾਂ ਨੇ ਤਾਂ ਕਰਕੇ ਦੱਸਿਆ ਵੀ ਲੋਕਾਂ ਨੂੰ ਭਰੋਸਾ ਬਣ ਜਾਏ। ਸੱਚੀ ਸਾਧ ਸੰਗਤ ਜੀ, ਇਹ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਜੇ ਚੰਗੇ ਪਾਸੇ ਆਪਣੀ ਜੇਬ ਕਿਧਰੇ ਖਾਲੀ ਵੀ ਹੋ ਜਾਏ, ਮਾਲਕ ਨਾਲ ਹੀ ਭਰ ਦਿੰਦਾ। ਇਹ ਬਿਲਕੁਲ ਸਹੀ ਹੈ। ਜੇ ਨਹੀਂ ਕਿਸੇ ਨੇ ਕਰਕੇ ਦੇਖਿਆ, ਪੂਰਾ ਭਰੋਸਾ ਰੱਖ ਕੇ ਅਰਦਾਸ ਬੇਨਤੀ ਕਰਕੇ ਤੇ ਕਰਕੇ ਦੇਖੇ, ਉਨੀ ਉਹਦੀ ਜੇਬ ਅੱਗੇ ਨਾਲੋਂ ਵੀ ਭਰ ਜਾਵੇਗੀ। ਕਿਉਂਕਿ ਜਦੋਂ ਅਸੀਂ ਕਿਸੇ ਦੀ ਮਜ਼ਦੂਰੀ ਨਹੀਂ ਨਾ ਰੱਖਦੇ, ਜਗਤ ਮਜ਼ਦੂਰੀ ਦੇਤੇ ਹੈ ਕਿਉਂ ਰੱਖੇ ਭਗਵਾਨ। ਜਿਹੜੇ ਲੋਕ ਇਹ ਕਿਸੇ ਮਾਲਕ ਦੇ ਘਰ ਕੰਮ ਕਰਦੇ ਨੇ, ਮਜ਼ਦੂਰ ਲੋਕ, ਉਹਦੀ ਦਿਹਾੜੀ ਰੱਖਦਾ, ਸ਼ਾਮ ਨੂੰ ਕਹਿੰਦਾ ਕਿੰਨੇ ਬਣੇ ਚੱਕ,
तो महाराज जी कहते क्यों रखे भगवान, तो तेरी मशक्कत तेरी मेहनत पतत पावन हर बिरद सदाए, एक तिल नहीं भन्ने घाले। तेरी एक तिल जिन्ना दान पुन कमाई कीती तेरी व्यर्थ नहीं जाएगी। हुण जिहड़ी तिल फुल दान करना ये कित्थे करना, जो भी तिल फुल दान है वो किसी ना किसी के मूँह दे विच पैना चाहिए तां सफल हुंदा। ध्यान देना, जे वो दान वही प्रफुल्लित हुंदा जिहड़ा किसी दे काम आ जाए, किसी दे मूँह दे विच पै जाए। देखो कोई भी चीज़ जिहड़ी असीं धर्म दे नां ते जां दान पुण्य के नाम से दान करते हैं, कोई खाण पीण वाली, कोई पहनण वाली, कोई पैसे वाली, जदों वो खर्च के किसी की सहूलत के लिए, किसी के कोई छकण के लिए वो चीज़ अगे तुरदी है तो वाधा फिर हुंदा है। जब मैं सौखी उदाहरण देना हुन्ना, घर पैसे पे रहन 2-4 लाख रुपया 2 साल तो 4 लाख के 4 ही रहिंदे ने, तो जदों असीं सरकारां नूं बैंकां विच जमा करा दिंदे हां वो माया तुर पैंदी है। जदों वो तुर पैंदी है तो वह सानूं इंटरस्ट लगदा, कोई 5 कोई 7 कोई 4 कोई 2 ऐदा, मतलब सानूं उहदा ब्याज मिलदा। मतलब जदों माया नूं तोड़ दिता, जदों ला दिता, क्योंकि सरकारां साडी जमा हुई पूंजी जां पैसे नूं वरतदियां ने, अगे पता नहीं कित्थे कित्थे दिंदियां ने, ते उहदे बदले वो सानूं कुछ ना कुछ मिलदा। ते जिहड़ा असीं दान पुण्य करदे हां, जे ये साडा कीता दान पुण्य किसी के मुख दे विच पै जावे तो उहदे भी महाराज जी कहते वो भी वधना शुरू हो जाता, भाग लगने शुरू हो जाते हैं। सो इस करके कर्म पुण्य दान सेवा पाप ये सारिया चीज़ां वधदियां ने, ये फलदियां ने। सो इस करके सानू ये भी दसिया होया, जिवें मैं गुरु नानक महाराज जी की विचार तुहाडे नाल सांझी कीती, उन्होंने 20 दे 20 खर्च के उन्होंने गल छड्ड दित्ती। उन्होंने नहीं ये देखा भी हुण मैनूं बरकत कितनी मिलेगी, तो फिर ये तो निरंकार नूं पता ना भी बरकत कितनी देनी है। अज सिख कौम पहले नंबर पर है लंगर दे विच, गुरु के लंगर दे विच, जिथे भी हुण कोई भी करोपी हुंदी है जां हड़ आउंदे ने तो उत्थे सिख पहलां पहुंचदे ने लंगर लैके। मतलब ये बरकत गुरसिखां दे विच गुरु नानक महाराज जी दी आ गई, क्योंकि उन्होंने कहते ने लोड़वंदां नूं भुखियां नूं छकाया सी, ते जे वो ना भी छकांदे तां भी उन्होंने मर नहीं सी जाना, वो तो पत्ते पुत्ते खा के अपना गुजारा कर लेंदे सी। उन्होंने मतलब जिउंदे रहना सी, वो तो साह रोक के किन्ने किन्ने महीने उद्दां ही बैठे रहिंदे ने वो जोगी लोग। वो ना भी छकाउंदे तां भी उन्होंने जिउंदे रहना सी, पर जदों उन्होंने कर्म कर लिया, लंगर भोजन छकाता, वो एक बहुत वड्डा एक पुण्य बन गया, कर्म बन गया। पुण्य फलदा, दान वधदा, कर्म वधदा। सो इस करके कोई भी तुहाडी दित्ती हुई चीज़ नूं छक ले, वो चीज़ प्रफुल्लित हुंदी है, दान वधदा। पर जिहड़ी कोई भी चीज़ असीं भेटा करदे हां, जिहड़ा छकदा है वो भी ध्यान दे नाल उस नूं छके, क्योंकि किसी दी कीती हुई भेटा जिहड़ी चीज़ है उहदे विच बेनतियां ते अरदासां हुंदियां। जे किसी दी सेवा नहीं, भजन बंदगी नहीं, सिमरन नहीं, तो उस नूं फिर वो चीज़ जिहड़ी पूरी तरह पचदी भी नहीं। ध्यान देना, ध्यान देना, ये बहुत जरूरी है। सेवा नूं कोई भी जिहड़ी चीज़ है, चाहे लंगर दा प्रशादा है, चाहे कोई किसी का पुण्यदान की हुई कोई भी वस्तु है, खाण वाली, पहनण वाली, वरतन वाली, ਉਹਦੇ बदले भजन बंदगी सिमरन सेवा का होना भी बहुत ज़रूरी है। ये सानू गुरु ग्रंथ साहब दे विचों मिलता है भी सानू फिर रब दे नाल जुड़ना पएगा, भजन करना पएगा। नहीं तो ये जिहड़ा कोई भी दान पुण्य की जिहड़ी चीज़ है वो प्राप्त कीती मनुख की बुद्धि ते मनुख के तन नूं खराब तो कर सकती है। ध्यान देना, खराब तो कर सकती है। जे कोई हुण विहला रहे कर्म कोई करे ना, भजन बंदगी कोई करे ना, तो विहला कोई खाई जाए वो तो घर दे भी टोक देंदे ने। ध्यान देना, कोई विहला बच्चा घर होवे ना, काम ना करे तो वह खाई जाए तो उन्होंने भी कहते हैं घर दे भी जा जाके कोई बाहर जाके कोई काम कर, एवें विहला खाई जाना। तो इस करके जो
ਚਾਹੇ ਕਿਸੇ ਵੀ ਧਾਰਮਿਕ ਸਥਾਨ 'ਤੇ ਹੋਵੇ, ਲੰਗਰ ਦੇ ਰੂਪ ਦੇ ਵਿੱਚ ਹੋਵੇ ਜਾਂ ਕਿਸੇ ਵੀ ਪਦਾਰਥ ਦੇ ਰੂਪ ਦੇ ਵਿੱਚ ਹੋਵੇ, ਉਸ ਨੂੰ ਪਹੁੰਚਾਉਣ ਦੇ ਲਈ ਸੇਵਾ ਭਜਨ ਸਿਮਰਨ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਪੰਕਤੀ ਚੱਲ ਰਹੀ ਸੀ ਵੀ ਸਬਰ ਸੰਤੋਖ ਕਿਸ ਨੂੰ ਮਿਲਦਾ? ਰਜਦਾ ਕਿਹੜਾ? ਜਿਸ 'ਤੇ ਮਹਾਰਾਜ ਦਿਆਲੂ ਹੁੰਦਾ ਹੈ, ਉਹ ਰਜਾਵੇ ਤੇ ਬੰਦਾ ਰੱਜ ਸਕਦਾ, ਨਹੀਂ ਤੇ ਕਦੀ ਵੀ ਨਹੀਂ ਰੱਜ ਸਕਦਾ, ਕਦੀ ਵੀ ਨਹੀਂ ਰੱਜ ਸਕਦਾ। ਜਿਵੇਂ ਮਹਾਰਾਜ ਨੇ ਉਹਨਾਂ ਸਿੱਧ ਜੋਗੀ ਕਹਿੰਦੇ, ਮਤਲਬ ਮਸ਼ਕਰੀ ਜੀ ਕਰਕੇ, ਟਿੱਚਰ ਕਰਕੇ, ਕਾਫੀ ਵੱਡਾ ਟੋਲਾ ਬੈਠਾ ਸੀ। ਕਹਿੰਦੇ ਵੀ ਸਾਨੂੰ ਭੁੱਖ ਲੱਗੀ ਹੈ, ਸਾਨੂੰ ਭੁੱਖ ਲੱਗੀ ਹੈ ਤੇ ਸਾਨੂੰ ਕੁਝ ਛਕਾਓ। ਤੇ ਉਹਨਾਂ ਨੂੰ ਥੋੜ੍ਹਾ ਜਿਹਾ, ਕੋਈ ਕਹਿੰਦੇ ਨੇ ਥੋੜ੍ਹੇ ਜਿਹੇ ਚੌਲਾਂ ਦੇ ਦਾਣੇ ਦਿੱਤੇ, ਕਹਿੰਦੇ ਆਹ ਸਾਨੂੰ ਛਕਾ ਦਿਓ। ਉਹ ਥੋੜ੍ਹੇ ਜਿਹੇ ਚੌਲ ਦੇ ਦਾਣੇ ਕਿਸੇ ਦੀ ਭੁੱਖ ਹੀ ਮਿਟਾ ਸਕਦੇ। ਮਹਾਰਾਜ ਜੀ ਨੇ ਉਸ ਨੂੰ ਕੂੰਡੇ ਦੇ ਵਿੱਚ ਰਗੜ ਕੇ ਪਾਣੀ ਵਿੱਚ ਪਾ ਕੇ ਕਹਿੰਦੇ ਸਾਰੇ ਛਕ ਲਓ। ਉਹ ਛਕਣ ਤੋਂ ਬਾਅਦ ਇੰਨੀ ਉਹਨਾਂ ਨੂੰ ਤ੍ਰਿਪਤੀ ਹੋ ਗਈ, ਉਹ ਕਹਿੰਦੇ ਕਮਾਲ ਹੈ, ਇਹ ਕੀ ਵਿੱਚ ਪਾ ਦਿੱਤਾ? ਸਾਡੀ ਤਾਂ ਤ੍ਰਿਪਤੀ ਹੋ ਗਈ, ਰੱਜ ਗਏ। ਮਤਲਬ ਗੁਰੂ ਦੀ ਬਖਸ਼ਿਸ਼ ਰਜਾ ਸਕਦੀ ਹੈ, ਨਹੀਂ ਤੇ ਸੁੰਦਰ ਸੁੰਦਰ ਪਦਾਰਥ ਖਾ ਕੇ ਵੀ ਮਨ ਨਹੀਂ ਭਰਦਾ। ਬੰਦਾ ਕਹਿੰਦਾ ਜੇ ਇੱਕ ਪੇਟ ਹੋਰ ਹੁੰਦਾ ਤੇ ਹੋਰ ਖਾ ਜਾਂਦਾ, ਮੈਂ ਦਿਲ ਹੋਰ ਕਰੀ ਜਾਂਦਾ ਵੀ ਖਾਈ ਜਾਵਾਂ, ਪਰ ਅੰਦਰ ਚੀਜ਼ ਲੰਘਦੀ ਨਹੀਂ। ਸਵਾਦ ਹੁੰਦੀ ਹੈ ਨਾ, ਅੰਦਰ ਲੰਘਦੀ ਨਹੀਂ, ਪਰ ਪਾਵੇ ਕਿੱਥੇ? ਤੇ ਉਹ ਲੰਘਦੀ ਨਹੀਂ, ਫਿਰ ਨਹੀਂ ਅੱਗੇ ਖਾ ਸਕਦਾ। ਇਸ ਕਰਕੇ ਰੱਜ ਉਹ ਹੀ ਸਕਦਾ ਜਿਸ ਨੂੰ ਮਹਾਰਾਜ ਰਜਾਵੇ, ਸਬਰ ਸੰਤੋਖ ਦੇਵੇ। ਇੱਕ ਰੋਟੀ ਦੇ ਵਿੱਚ ਵੀ ਬੰਦਾ ਰੱਜ ਸਕਦਾ ਤੇ 5 ਦੇ ਵਿੱਚ ਵੀ ਨਹੀਂ ਰੱਜ ਸਕਦਾ। ਇਹ ਗੁਰੂ ਮਹਾਰਾਜ ਜੀ ਮਿਹਰ ਕਰਨ, ਇਹ ਆਪਣੀ ਸੋਚ 'ਤੇ ਡਿਪੈਂਡ ਕਰਦਾ, ਚੰਗੀ ਸੋਚ 'ਤੇ। ਸੋ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸੰਤ ਪ੍ਰਸਾਦ ਭਲੀ ਬਣੀ, ਗੁਰ ਕਿਰਪਾ ਦੇ ਨਾਲ ਮੇਰਾ ਭਾਗ ਜਾਗ ਪਿਆ। ਜਾ ਕੇ ਗ੍ਰਹਿ ਸਭ ਕਿਛ ਹੈ ਪੂਰਨ, ਸੋ ਭੇਟਿਆ ਨਿਰਭੈ ਧਨੀ। ਸੋ ਮੈਨੂੰ ਉਹ ਮਾਲਕ ਮਿਲ ਪਿਆ ਜਿਸ ਦੇ ਕੋਲ ਉਹ ਚੀਜ਼ਾਂ ਨੇ ਜਿਹੜੀਆਂ ਕਦੇ ਮੁੱਕਦੀਆਂ ਨਹੀਂ। ਜਾ ਕੇ ਘਰ ਸਭ ਕਿਛ ਹੈ ਭਾਈ, ਨੌਨਿਤ ਭਰੇ ਭੰਡਾਰ। ਮੈਨੂੰ ਉਹ ਰੱਬ ਮਿਲ ਪਿਆ, ਮੈਨੂੰ ਉਹ ਗੁਰੂ ਮਿਲ ਪਿਆ ਜਿਹਦੇ ਘਰ ਮਤਲਬ ਲਈ ਜਾਓ ਲਈ ਜਾਓ ਲਈ ਜਾਓ, ਅਮੁੱਕ ਚੀਜ਼ ਹੈ, ਅਮੁੱਕ ਮਤਲਬ ਨਾ ਮੁੱਕਣ ਵਾਲੀ, ਇੱਦਾਂ ਦਾ ਖਜ਼ਾਨਾ ਹੈ। ਜਾ ਕੇ ਗ੍ਰਹਿ ਸਭ ਕਿਛ ਹੈ ਪੂਰਨ, ਸੋ ਭੇਟਿਆ ਨਿਰਭੈ ਧਨੀ। ਸੋ ਇਹ ਜਿਹੜੀ ਚੀਜ਼ ਹੈ ਅਮੁੱਕ, ਕੋਈ ਡਰ ਹੀ ਨਹੀਂ ਵੀ ਮੁੱਕਣ ਦਾ। ਘਰ ਦੇ ਵਿੱਚੋਂ ਲਿਆਂਦਾ ਹੋਇਆ ਗਰੋਸਰੀ ਸੌਦਾ ਮੁੱਕ ਜਾਂਦਾ, ਫਿਰ ਦੁਬਾਰਾ ਲਿਆਉਣਾ ਪੈਂਦਾ। ਬਾਬੇ ਨਾਨਕ ਦੇ ਘਰ ਦੇ ਵਿੱਚੋਂ ਕਦੇ ਵੀ ਰਿਜ਼ਕ ਮੁੱਕਿਆ ਨਹੀਂ ਤੇ ਨਾ ਹੀ ਮੁੱਕੇਗਾ, ਕਿਉਂਕਿ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਉਸ ਦੇ ਘਰ ਬਹੁਤ ਕੁਛ ਹੈ, ਬੜੇ ਅੰਬਾਰ ਲੱਗੇ ਹੋਏ ਨੇ, ਜਿੰਨਾ ਮਰਜ਼ੀ ਕੋਈ ਲੈ ਜਾਏ, ਜਿੰਨਾ ਕੋਈ ਪਹੁੰਚਾ ਸਕਦਾ, ਜਿੰਨਾ ਕੋਈ ਲਿਜਾ ਸਕਦਾ। ਜਿੰਨੀ ਕਿਸੇ ਦੀ ਸ਼ਰਧਾ ਰੂਪੀ ਝੋਲੀ ਵੱਡੀ ਹੋਏਗੀ, ਉਨੀ ਹੀ ਉਹ ਚੀਜ਼ ਵਸਤੂ ਪਦਾਰਥ ਪਾ ਕੇ ਲੈ ਕੇ ਜਾ ਸਕਦਾ। ਹੁਣ ਕਿਸੇ ਦੀ ਕਿੰਨੀ ਸ਼ਰਧਾ, ਇਹ ਸਭ ਦੀ ਆਪਣੀ ਆਪਣੀ ਮਨ ਦੀ ਗੱਲ ਹੈ। ਗੁਰੂ ਤੇ ਕਿਸੇ ਦੀ ਕਿੰਨੀ ਸ਼ਰਧਾ, ਉਹਦੇ ਮੁਤਾਬਕ ਲੈ ਕੇ ਜਾ ਸਕਦਾ। ਸੋ ਮਹਾਰਾਜ ਜੀ ਕਹਿੰਦੇ ਉਹਦੇ ਘਰ ਵਿੱਚ ਅਮੁੱਕ ਚੀਜ਼ ਹੈ, ਨਾ ਮੁੱਕਣ ਵਾਲੀ। ਨਾਮ ਦ੍ਰਿੜਾਇਆ ਸਾਧ ਕਿਰਪਾਲ। ਸੋ ਮੇਰੇ ਗੁਰੂ ਨੇ, ਮੇਰੇ ਮਾਲਕ ਨੇ ਮੈਨੂੰ ਆਪਣਾ ਨਾਮ ਜਿਹੜਾ ਹੈ ਦ੍ਰਿੜ ਕਰਵਾ ਦਿੱਤਾ, ਪੱਕਾ ਕਰਵਾ ਦਿੱਤਾ, ਮੈਨੂੰ ਪੂਰਾ ਸਹੀ ਤਰ੍ਹਾਂ ਜਣਾ ਦਿੱਤਾ। ਉਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ। ਜਿਵੇਂ ਅਸੀਂ ਕਿਸੇ ਨਾ ਸਮਝ ਨੂੰ ਕਹਿੰਦੇ ਆ, ਬਹਿ ਮੇਰੇ ਕੋਲ, ਮੇਰੀ ਗੱਲ ਸੁਣ, ਮੈਂ ਤੈਨੂੰ ਸਮਝਾਵਾਂ ਪਤੇ ਦੀ ਗੱਲ, ਤੇ ਉਹਨੂੰ 2-3 ਵਾਰੀ ਰਿਪੀਟ ਕਰਕੇ ਸਮਝਾ ਦਿੱਤਾ ਜਾਂਦਾ, ਉਸ ਨੂੰ ਸਮਝ ਆ ਜਾਂਦੀ ਹੈ। ਤੇ ਜੇ ਨਾ ਸਮਝਾਇਆ ਜਾਵੇ, ਕਈ ਵਾਰ ਨਹੀਂ ਸਮਝ ਆਉਂਦੀ। ਸੋ ਗੁਰੂ ਸਾਹਿਬ ਜੀ ਵੀ ਸਾਨੂੰ ਸਮਝਾਉਂਦੇ ਨੇ, ਨਾਮ ਦ੍ਰਿੜਾਇਆ ਸਾਧ ਕਿਰਪਾਲ। ਮੈਨੂੰ ਮੇਰੇ ਗੁਰੂ ਨੇ ਨਾਮ ਨੂੰ ਦ੍ਰਿੜਾ ਦਿੱਤਾ, ਪੱਕਾ ਕਰਾ ਦਿੱਤਾ, ਪੱਕਾ ਅੰਦਰ ਪੱਕਾ ਬਿਠਾ ਦਿੱਤਾ, ਚੀਜ਼ ਨੂੰ ਪੱਕੀ ਕਰ ਦਿੱਤੀ ਵੀ ਨਾਮ ਅੰਦਰ ਰਹਿਣਾ ਕਿਵੇਂ ਹੈ, ਨਾਮ ਅੰਦਰ ਟਿਕਣਾ ਕਿਵੇਂ ਹੈ, ਨਾਮ ਅੰਦਰ ਬਹਿਣਾ ਕਿਵੇਂ ਹੈ, ਨਾਮ ਦੀ ਅੰਦਰ ਬਰਕਤ ਕਿਵੇਂ ਆਉਣੀ ਹੈ। ਮਹਾਰਾਜ ਜੀ ਕਹਿੰਦੇ ਇਹ ਸਾਰੀ ਚੀਜ਼ ਮੇਰੇ ਗੁਰੂ ਨੇ ਮੈਨੂੰ ਆਪਣੇ ਕੋਲ ਬਿਠਾ ਕੇ ਸਾਰੀ ਚੀਜ਼ ਮੈਨੂੰ ਸਮਝਾ ਦਿੱਤੀ। ਮੇਰੇ ਗੁਰੂ ਨੇ ਸਮਝਾਈ, ਮੇਰੇ 'ਤੇ ਮਿਹਰ ਕੀਤੀ। ਤੇ ਜਦੋਂ ਮੈਨੂੰ ਇਹ ਚੀਜ਼ ਸਮਝਾ ਦਿੱਤੀ, ਮਿਟ ਗਈ ਭੂਖ ਮਹਾਂ ਬਿਕਰਾਲ। ਬੜੀ ਡਰਾਉਣੀ ਸੀ ਮੇਰੇ ਅੰਦਰ ਦੀ ਭੁੱਖ। ਧਿਆਨ ਦੇਣਾ,
ਜਿਹੜੀ ਇਨਸਾਨ ਦੇ ਅੰਦਰ ਭੁੱਖ ਹੈ ਉਹ ਬੜੀ ਮਹਾਰਾਜ ਜੀ ਕਹਿੰਦੇ ਨੇ ਵਿਕਰਾਲ ਹੈ, ਡਰਾਉਣੀ ਹੈ। ਭਾਵੇਂ ਵਾਸ਼ਨਾ ਦੀ ਹੋਵੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਭੁੱਖ ਹੈ। ਇਹ ਜਿਹੜੇ 5 ਲਿਖੇ ਨੇ ਸਾਰੇ ਭੁੱਖੇ ਨੇ। ਕਾਮ ਵਾਸ਼ਨਾ ਮਤਲਬ ਇਹ ਵੀ ਭੁੱਖ ਹੈ, ਕ੍ਰੋਧ ਜਿਹੜੀ ਹੈ ਇਹ ਵੀ ਭੁੱਖ ਹੈ, ਜਿਹੜਾ ਕ੍ਰੋਧ ਹੈ ਇਹ ਵੀ ਖੁਰਾਕ ਮੰਗਦਾ, ਲੋਭ, ਮੋਹ, ਹੰਕਾਰ ਇਹ ਵੀ ਇੱਕ ਭੁੱਖ ਹੈ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਜਿਹੜੀ ਬਹੁਤ ਡਰਾਉਣੀ ਭਿਆਨਕ ਭੁੱਖ ਹੈ, ਇਹਨੂੰ ਗੁਰੂ ਸਾਹਿਬ ਨੇ ਦੂਰ ਕਰ ਦਿੱਤਾ। ਧਿਆਨ ਦੇਣਾ, ਵਾਸ਼ਨਾ ਦੀ ਭੁੱਖ ਵਾਲਾ ਬੰਦਾ ਕਿਸੇ ਧੀ ਭੈਣ ਨੂੰ ਨਹੀਂ ਦੇਖਦਾ, ਉਹ ਮੈਲੀ ਨਜ਼ਰਾਂ ਦੇ ਨਾਲ ਉਹ ਗਲਤ ਕਰਮ ਕਰ ਬੈਂਦਾ। ਇਹਨੂੰ ਕਹਿੰਦੇ ਨੇ ਵਿਕਰਾਲ ਭਿਆਨਕ ਭੁੱਖ। ਲੋਭੀ ਬੰਦਾ ਲੋਭ ਦੇ ਅੰਦਰ, ਲੋਭ ਦੇ ਪ੍ਰਭਾਵ ਦੇ ਹੇਠ ਬਹੁਤ ਵੱਡੇ ਵੱਡੇ, ਦੇਖੋ ਕਿੰਨੇ ਵੱਡੇ ਵੱਡੇ ਘੁਟਾਲੇ ਕਰ ਜਾਂਦਾ। ਇਹ ਇੱਕ ਬੜੀ ਭਿਆਨਕ ਭੁੱਖ ਹੈ। ਕ੍ਰੋਧੀ ਬੰਦਾ ਕ੍ਰੋਧ ਦੀ ਭੁੱਖ ਨੂੰ ਪੂਰੀਆਂ ਕਰਦਾ ਹੋਇਆ ਦੂਸਰੇ ਨਾਲ ਇਸ ਪ੍ਰਕਾਰ ਲੜ ਪੈਂਦਾ, ਕਈ ਵਾਰ ਉਸ ਨੂੰ ਜੇਲ੍ਹ ਦੇ ਵਿੱਚ ਵੀ ਜਾਣਾ ਪੈ ਸਕਦਾ। ਬੜੀ ਵਿਕਰਾਲ ਭੁੱਖ ਹੈ। ਅਤੇ ਜਿਹੜਾ ਮੋਹ ਹੈ ਸੰਸਾਰ ਦਾ, ਇਹ ਵੀ ਵਸਤੂਆਂ ਦਾ ਮੋਹ, ਪਦਾਰਥਾਂ ਦਾ ਮੋਹ, ਇਹ ਵੀ ਇੱਕ ਵਿਕਰਾਲ ਭੁੱਖ ਹੈ। ਇਹ ਵੀ ਮਿਟਦੀ ਨਹੀਂ, ਮਰਨ ਤੱਕ ਨਹੀਂ ਮਿਟਦੀ। ਸੰਸਾਰ ਨੂੰ ਕਹਿੰਦਾ ਹੋਰ ਹੋਰ ਹੋਰ। ਅਤੇ ਜਿਹੜਾ ਅਹੰਕਾਰ ਇਹ ਤਾਂ ਹੈ ਹੀ ਸਭ ਤੋਂ ਬਹੁਤ ਵੱਡੀ ਭੁੱਖ। ਜੇ ਕਿਸੇ ਨੂੰ, ਕਿਸੇ ਦੇ ਹੰਕਾਰ ਨੂੰ ਪੱਠੇ ਨਾ ਪੈਣ, ਜਿਵੇਂ ਪਸ਼ੂ ਨੂੰ ਪੱਠੇ ਪਾਈਦੇ ਨੇ, ਅਤੇ ਉਹ ਐਨ ਸ਼ਾਂਤ ਹੋ ਜਾਂਦਾ। ਫਿਰ ਉਹ ਜੁਗਾਲੀ ਕਰਦਾ ਬਾਅਦ ਵਿੱਚ। ਉੱਪਰਲੇ ਦੰਦ ਅਤੇ ਥੱਲੇ ਦੰਦ ਉਹਦੇ ਚੱਲਦੇ ਨੇ, ਮੂੰਹ ਦੇ ਵਿੱਚੋਂ ਝੱਗ ਨਿਕਲਦੀ ਹੈ, ਪਚਾਉਂਦਾ ਪੱਠਾ ਦੱਥਾ ਖਾਧਾ। ਜਿਹੜਾ ਅਹੰਕਾਰੀ ਮਨੁੱਖ ਹੈ, ਮਹਾਰਾਜ ਜੀ ਕਹਿੰਦੇ ਉਸ ਨੂੰ ਆਪਣੀ ਵਾਹ ਦੀ, ਮਾਣ ਦੀ, ਅਹੰਕਾਰ ਦੀ, ਮੈਂ ਮੇਰੀ ਦੀ ਜਿਹੜੀ ਹੈ ਪਿਆਸ ਲੱਗੀ ਰਹਿੰਦੀ। ਇਹ ਵੀ ਇੱਕ ਬੜੀ ਵਿਕਰਾਲ ਭਿਆਨਕ ਭੁੱਖ ਹੈ। ਅਤੇ ਅਸੀਂ ਪੜ੍ਹਦੇ ਹਾਂ, ਹੁਣ ਪੜ੍ਹਨਾ, ਸਾਚ ਨਾਮੇ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਮਤਲਬ ਭੁੱਖ ਜਿਹੜੀ ਬੰਦੇ ਦੀ ਕੱਢ ਸਕਦਾ ਅਤੇ ਮਾਲਕ ਕੱਢ ਸਕਦਾ। ਜੇ ਕੋਈ ਕਹੇ ਵੀ ਮੇਰੀ ਭੁੱਖ ਮੈਂ ਹੋਰ ਇਕੱਠਾ ਕਰਕੇ ਚੀਜ਼ ਜ਼ਿਆਦਾ ਪ੍ਰਾਪਤ ਕਰਕੇ ਕਰ ਲਾਂ, ਕਦੇ ਵੀ ਭੁੱਖ ਨਹੀਂ। ਮਨ ਕਦੇ ਵੀ ਨਹੀਂ ਰੱਜਦਾ ਕਿਸੇ ਪਦਾਰਥ ਤੋਂ। ਅੱਜ ਖਾਧੀ ਹੈ, ਅੱਜ ਚੀਜ਼ ਦਾ ਰਸ ਲਿਆ, ਕੱਲ੍ਹ ਨੂੰ ਕਹਿੰਦਾ ਫਿਰ ਲੈਣਾ। ਇਸ ਕਰਕੇ ਗੁਰੂ ਸਾਹਿਬ ਨੇ, ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਕਹਿ ਦਿੱਤਾ, ਇਹ ਰਸਨਾ ਤੂੰ ਅੰਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ। ਵੀ ਤੂੰ ਜਿੰਨੀ ਮਰਜ਼ੀ ਖਾ ਪੀ ਲੈ, ਪਿਆਸ ਨਾ ਜਾਏ। ਹੋਰ ਤਾਂ ਕਿੱਚਰ ਕਿਤੇ, ਜਿੱਚਰ ਹਰ ਰਸ ਪੱਲੇ ਨਾ ਪਾਏ। ਪਿਆਸ ਨਾ ਜਾਏ ਹੋਰ ਤਾਂ ਕਿਤੇ, ਜਿੱਚਰ ਹਰ ਰਸ ਪੱਲੇ ਨਾ ਪਾਏ। ਜਦੋਂ ਤੱਕ ਤੂੰ ਇਸ ਰਸਨਾ ਦੇ ਨਾਲ ਨਾਮ ਜਾਂ ਵਾਹਿਗੁਰੂ ਨੂੰ ਨਹੀਂ ਜਪਣਾ, ਉਦੋਂ ਤੱਕ ਇਸ ਨੇ ਕੋਈ ਨਾ ਕੋਈ ਖਾਣ ਪੀਣ ਦੀ ਜਾਂ ਚੱਖਣ ਵੱਲ ਇਸ ਨੇ ਜਾਂਦੀ ਹੀ ਰਹਿਣਾ। ਰਸ ਨੂੰ ਇਸ ਨੇ ਮਤਲਬ ਅੰਦਰੋਂ ਪੈਦਾ ਕਰਦਾ ਹੀ ਰਹਿਣਾ ਵੀ ਮੈਨੂੰ ਮਿਲੇ, ਮੈਨੂੰ ਮਿਲੇ, ਰਸ ਮਿਲੇ। ਸੋ ਇਸ ਕਰਕੇ ਮਿਟ ਗਈ ਭੁੱਖ ਮਹਾ ਵਿਕਰਾਲ, ਠਾਕੁਰ ਆਪਣੇ ਕੀਨੀ ਦਾਤ। ਗੁਰੂ ਮਹਾਰਾਜ ਜੀ ਨੇ ਆਪਣੇ ਸੇਵਕ 'ਤੇ ਮਿਹਰ ਕੀਤੀ, ਦਾਤ ਕੀਤੀ, ਅਤੇ ਉਸ ਨੇ ਸਾਰੀਆਂ ਹੀ ਭੁੱਖਾਂ ਜਿਹੜੀਆਂ ਨੇ ਮਿਟਾ ਦਿੱਤੀਆਂ ਔਰ ਉਸ ਨੂੰ ਸਬਰ ਦੇ ਦਿੱਤਾ, ਸੰਤੋਖ ਦਿੱਤਾ। ਉਹ ਕਲਪਿਆ ਨਹੀਂ। ਜੇ ਉਹਦੇ ਕੋਲ ਬਹੁਤਾ ਨਹੀਂ ਆਇਆ, ਉਹ ਕਲਪਿਆ ਨਹੀਂ, ਉਸ ਨੂੰ ਥੋੜ੍ਹਾ ਪ੍ਰਾਪਤ ਹੋ ਗਿਆ। ਉਹ ਕਹਿੰਦਾ ਕੋਈ ਗੱਲ ਨਹੀਂ, ਥੋੜ੍ਹੀ ਆਮਦਨ ਹੋ ਗਈ। ਔਰ ਰੱਬ ਦੇ ਨਾਲ ਉਸ ਨੇ ਝਗੜਾ ਨਹੀਂ ਕੀਤਾ, ਘਰਦਿਆਂ ਦੇ ਨਾਲ ਨਹੀਂ ਝਗੜਿਆ, ਕਿਸੇ ਮਾਲਕ ਦੇ ਨਾਲ ਨਹੀਂ ਝਗੜਿਆ ਵੀ ਮੇਰੀ ਆਮਦਨ ਘੱਟ ਕਿਉਂ ਗਈ, ਮੈਨੂੰ ਫਾਇਦਾ ਕਿਉਂ ਘੱਟ ਹੋਇਆ। ਉਹ ਇਹ ਚੀਜ਼ ਨਹੀਂ ਦੇਖਦਾ, ਕਿਉਂਕਿ ਸੰਤੋਖੀ ਬੰਦਾ ਰੱਬ ਦੀ ਬਖਸ਼ਿਸ਼ ਦੇਖਦਾ, ਨਾ ਕਿ ਦੁਨਿਆਵੀ ਫਾਇਦਾ ਦੇਖਦਾ। ਉਹ ਮਾਲਕ ਨੂੰ ਖੁਸ਼ ਦੇਖਣਾ ਚਾਹੁੰਦਾ, ਮਾਲਕ ਦੀ ਖੁਸ਼ੀ ਚਾਹੁੰਦਾ। ਠਾਕੁਰ ਆਪਣੇ ਕੀਨੀ ਦਾਤ, ਜਲਨ ਬੁਝੀ ਮਨ ਹੋਈ ਸ਼ਾਂਤ। ਸੋ ਬਸ ਫਿਰ ਜਦੋਂ ਤ੍ਰਿਸ਼ਨਾ ਬੁਝ ਗਈ ਤੇ ਜਲਨ ਵੀ ਖਤਮ ਹੋ ਗਈ। ਮਹਾਰਾਜ ਜੀ ਕਹਿੰਦੇ ਜਲਦਾ ਉਹੀ ਹੈ ਜਿਹਦੇ ਅੰਦਰ ਭਟਕਣਾ ਲੱਗੀ ਹੋਈ ਹੈ। ਧਿਆਨ ਦੇਣਾ, ਉਹ ਬੰਦਾ ਜਲਦਾ ਹੈ। ਜਿਹੜਾ ਬੰਦਾ ਕ੍ਰੋਧ ਦੇ ਨਾਲ ਤੁਹਾਡੇ ਨਾਲ ਗੱਲ ਕਰੇਗਾ, ਸਮਝ ਲੈਣਾ ਅੰਦਰੋਂ ਜਲਿਆ ਪਿਆ, ਉਹ ਅੰਦਰੋਂ ਜਲ ਰਿਹਾ। ਅਤੇ ਜਲਣ ਵਾਲਾ ਹਮੇਸ਼ਾ ਜਲਾ ਦੇਗਾ। ਧਿਆਨ ਦੇਣਾ, ਰੋਟੀ ਜਿਹੜੀ ਪੱਕ ਰਹੀ ਹੈ ਤਵੇ ਦੇ ਉੱਪਰ, ਤੁਸੀਂ 1 ਮਿੰਟ ਉਸ ਨੂੰ ਨਾ ਚੱਕੋ, ਕੋਲਾ ਬਣ ਜਾਏਗੀ। ਅਗਨੀ ਥੱਲੇ ਵੱਲ ਰਹੀ ਹੈ, ਜਲਾ ਦੇਵੇਗੀ। ਜਿਹੜਾ ਕ੍ਰੋਧੀ ਮਨੁੱਖ ਹੈ, ਹੰਕਾਰੀ ਮਨੁੱਖ ਹੈ, ਉਹ ਆਪਣੀ ਉਹ ਗਲਤ ਭਾਵਨਾ ਦੇ ਨਾਲ ਦੂਸਰੇ ਸਾਹਮਣੇ ਵਾਲੇ ਨੂੰ ਜਲਾ ਕੇ ਖਾਕ ਕਰ ਦੇਗਾ, ਰਾਹ ਕਰ ਦੇਗਾ।
इस करके महाराज जी कहते दूर रहना अहंकारियां निंदकां पिठ दे, उन्होंने पिठ दे दिओ, उन्होंने को भज जाओ। सागत संग ना कीजिए दूरों जाइए भाग, उन्होंने तो दूर हो जाना चाहिए, क्योंकि उन्होंने अपनी अंदर की क्रोध की ज्वाला दे नाल ਜਾਂ ਜਿਹੜਾ ਬੰਦਾ ਮਾੜੇ ਵਚਨ ਹੀ ਬੋਲਦਾ ਰਹਿੰਦਾ, ਨਿੰਦਿਆ ਕਰਦਾ ਰਹਿੰਦਾ, ਉਹਦੇ ਕੋਲ ਬੈਠਣਾ ਬੰਦ ਕਰ ਦਿੱਤਾ ਜਾਣਾ, ਨਹੀਂ ਤੇ ਉਸਨੇ ਜੀਵਨ ਖਰਾਬ ਕਰ ਦੇਣਾ। ਸਾਧ ਸੰਗਤ, ਜਿਹੜਾ ਬੰਦਾ ਸਾਨੂੰ ਪਤਾ ਵੀ ਇਹ ਚੁਗਲਖੋਰ ਹੈ, ਚੰਗੀ ਗੱਲ ਹੀ ਨਹੀਂ ਕਰਦਾ, ਉਹਨੂੰ ਨਾ ਕੋਈ ਸਲਾਹ ਦਿੱਤੀ ਜਾਵੇ ਤੇ ਨਾ ਉਸਦੇ ਕੋਲ ਬੈਠਿਆ ਜਾਵੇ। ਭਗਤ ਕਬੀਰ ਜੀ ਕਹਿੰਦੇ ਆਪਣਾ ਰਸਤਾ ਫੜੋ ਤੁਸੀਂ। ਉਹਦੇ ਆਪਣੇ ਸੁਭਾਅ ਤੋਂ ਇੰਨਾ ਉਹ ਪੱਕਾ ਹੈ, ਉਹਨੇ ਤੁਹਾਡੀ ਕੋਈ ਗੱਲ ਨਹੀਂ ਸੁਣਨੀ, ਨਾ ਤੁਹਾਨੂੰ ਵਾਰਾ ਆਉਣ ਦੇਣਾ। ਧਿਆਨ ਦੇਣਾ, ਚੁਗਲਬਾਜ਼ ਜਿਹੜਾ ਹੈ ਉਹ ਕਦੀ ਵੀ ਚੁਗਲੀ ਤੋਂ ਬਾਜ਼ ਨਹੀਂ ਆਉਂਦਾ, ਗੱਲ ਕਰਦਿਆਂ ਕਰਦਿਆਂ ਕਰ ਜਾਂਦਾ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਨੇ ਇਹੀ ਗੱਲ ਚੰਗੀ ਹੈ, ਉਹਨੂੰ ਦੇਖ ਲਓ ਤੇ ਅੰਦਰ ਵੜ ਜਾਓ, ਉਹਨੂੰ ਦੇਖ ਲਓ ਤੇ ਦੂਜੇ ਪਾਸੇ ਰਸਤਾ ਫੜ ਲਓ। ਪਰ ਉਹਦੇ ਮੱਥੇ ਲੱਗਣਾ ਵੀ ਮਾੜੀ ਗੱਲ ਹੈ, ਕਿਉਂਕਿ ਉਹਦੇ ਮੱਥੇ ਲੱਗ ਕੇ ਤੁਹਾਡਾ ਦਿਨ ਖਰਾਬ ਹੋ ਸਕਦਾ ਹੈ, ਤੁਹਾਡੇ ਵਿਚਾਰ ਖਰਾਬ ਹੋ ਸਕਦੇ ਨੇ, ਤੁਹਾਡੀ ਭਜਨ ਬੰਦਗੀ ਖਰਾਬ ਹੋ ਸਕਦੀ ਹੈ। ਇਸ ਕਰਕੇ ਸੰਗਤ ਮਹਾਰਾਜ ਜੀ ਨੇ ਕਿਹਾ ਗੁਰਮੁਖਾਂ ਦੀ ਸੰਗਤ, ਕਿਹਾ ਭਲੇ ਮਨੁੱਖਾਂ ਦੀ। ਜਿਹੜਾ ਚੰਗਾ ਮਨੁੱਖ ਚੰਗੀ ਗੱਲ ਕਰਦਾ ਉਹਦੀ ਸੰਗਤ ਰੱਜ ਕੇ ਕਰਨੀ ਹੈ। ਜਿਹੜਾ ਮਨੁੱਖ ਕਿਸੇ ਦੀ ਬਦਖੋਈ ਕਰਦਾ, ਕਿਸੇ ਦੀ ਗੱਲ ਕਰਦਾ, ਉਹ ਆਪਣੀ ਤੇ ਜ਼ਿੰਦਗੀ ਖਰਾਬ ਕਰ ਰਹੇ ਆ, ਦੂਸਰੇ ਦੀ ਵੀ ਭਜਨ ਬੰਦਗੀ ਨੂੰ ਖਰਾਬ ਕਰ ਦੇਵੇਗਾ। ਇਸ ਕਰਕੇ ਇਹ ਬਰਕਤਾਂ ਤਾਂ ਹੀ ਨਹੀਂ ਸਾਨੂੰ ਮਿਲਦੀਆਂ, ਅਸੀਂ ਫਿਰ ਪਿੱਛੇ ਚਲੇ ਜਾਂਦੇ ਹਾਂ, ਫਿਰ ਬੜੀ ਮੁਸ਼ਕਲ ਰਾਹ 'ਤੇ ਚੜ੍ਹਦੇ ਹਾਂ, ਫਿਰ ਅਸੀਂ ਡਿੱਗ ਪੈਂਦੇ ਹਾਂ। ਇੱਦਾਂ ਕਰਦੇ ਕਰਦੇ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਸੋ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਦਾ, ਰੱਬ ਦੇ ਪਿਆਰਿਆਂ ਨੂੰ ਤੁਸੀਂ ਦੇਖੋ, ਉਹ ਕਿਸੇ ਦੇ ਨਾਲ ਬਹੁਤੀ ਗੱਲ ਨਹੀਂ ਕਰਦੇ, ਨਾ ਕਿਸੇ ਦੀ ਸੁਣਦੇ ਨੇ, ਅਤੇ ਉਹਨਾਂ ਦਾ ਸਿਮਰਨ ਭਜਨ ਬਣਿਆ ਰਹਿੰਦਾ ਹੈ, ਉਹਨਾਂ ਦੀ ਆਤਮਿਕ ਅਡੋਲਤਾ ਬਣੀ ਰਹਿੰਦੀ ਹੈ, ਉਹ ਰੱਬ ਨਾਲ ਜੁੜੇ ਰਹਿੰਦੇ ਨੇ। ਉਹ ਜ਼ਿਆਦਾ ਗੱਲਾਂ ਕਿਸੇ ਕੋਲ ਸੁਣਦੇ ਨਹੀਂ। ਉਹ ਕਹਿੰਦੇ ਕੰਮ ਦੀ ਗੱਲ ਤੋਂ ਬਗੈਰ ਹੋਰ ਕੋਈ ਗੱਲ ਨਹੀਂ ਕਰਨੀ, ਤੀਸਰੀ ਦੂਜੀ ਗੱਲ ਨਹੀਂ ਕਰਨੀ, ਸਿਰਫ ਕੰਮ ਦੀ ਗੱਲ ਕਰਨੀ, ਹੋਰ ਦੂਸਰੀ ਗੱਲ ਨਹੀਂ ਕਰਨੀ। ਅਤੇ ਗੁਰੂ ਸਾਹਿਬ ਜੀ ਵੀ ਕਹਿੰਦੇ ਨੇ ਵੀ ਬਹੁਤਾ ਬੋਲਣ ਝੱਕਣ ਹੋਏ, ਗੱਲਾਂ ਅਸੀਂ ਚੰਗੀਆਂ ਅਚਾਰੇ ਬੁਰੀਆਂ, ਮਨੁੱਖ ਸੁੱਧਾਂ ਕਾਲੀਆਂ, ਬਾਹਰ ਚਿੱਟਵੀਆਂ, ਬਹੁਤਾ ਨਹੀਂ ਬੋਲੀਦਾ, ਘੱਟ ਬੋਲੀਦਾ ਹੈ। ਇਸ ਕਰਕੇ ਜਿਹੜਾ ਘੱਟ ਬੋਲਦਾ ਉਹ ਸੋਚ ਕੇ ਬੋਲਦਾ, ਜਿਹੜਾ ਸੋਚ ਕੇ ਬੋਲਦਾ ਉਹ ਹਮੇਸ਼ਾ ਇੱਜ਼ਤ ਪ੍ਰਾਪਤ ਕਰਦਾ। ਮਿਟ ਗਈ ਭਾਲ ਮਨ ਸਹਿਜ ਸਮਾਨਾ। ਸੋ ਗੁਰੂ ਸਾਹਿਬ ਜੀ ਦੀ ਮਿਹਰ ਦੇ ਨਾਲ ਆਤਮਿਕ ਅਡੋਲਤਾ ਮਿਲ ਗਈ, ਮਨ ਟਿਕ ਗਿਆ, ਨਾਨਕ ਪਾਇਆ ਨਾਮ ਖਜ਼ਾਨਾ। ਅਤੇ ਮਹਾਰਾਜ ਜੀ ਕਹਿੰਦੇ ਮੈਂ ਆਪਣੇ ਸਤਿਗੁਰ ਦੀ, ਆਪਣੇ ਮਾਲਕ ਦੀ ਕਿਰਪਾ ਦੇ ਨਾਲ ਅਸਲ ਖਜ਼ਾਨਾ ਲੈ ਲਿਆ, ਲੱਭ ਲਿਆ। ਆ ਜਿਹੜਾ ਅਸੀਂ ਹੁਣ ਕਥਾ ਕੀਰਤਨ ਸਰਵਣ ਕੀਤਾ, ਇਹ ਖਜ਼ਾਨਾ ਹੈ, ਇਹ ਖਜ਼ਾਨਾ ਅਸੀਂ ਲੁੱਟ ਲਿਆ। ਇਹ ਸਾਡੇ ਭਾਗਾਂ ਦੇ ਵਿੱਚ ਲਿਖਿਆ ਗਿਆ, ਹਾਜ਼ਰੀ ਇਹਦੀ ਲੱਗ ਗਈ ਦਰਗਾਹ ਦੇ ਵਿੱਚ। ਜੋ ਤੁਸੀਂ ਮਨ ਕਰਕੇ ਸੁਣਿਆ ਨਾ, 10%, 20, 50 ਜਿੰਨੇ % ਵੀ ਕਿਸੇ ਨੇ ਸੁਣਿਆ ਹੋਏਗਾ, ਉਹਦੀ ਜਿਹੜੀ ਹੈ ਉਸ ਤਰੀਕੇ ਦੇ ਨਾਲ ਹਾਜ਼ਰੀ ਲੱਗ ਗਈ ਹੋਵੇਗੀ। ਜਿਸ ਨੇ ਬੜੇ ਪ੍ਰੇਮ ਸ਼ਰਧਾ ਅਤੇ ਭਾਵਨਾ ਦੇ ਨਾਲ ਸੁਣਿਆ ਹੋਏਗਾ, ਉਹਨੂੰ ਓਨੀ ਹੀ ਜ਼ਿਆਦਾ ਬਖਸ਼ਿਸ਼। ਜਿਸ ਨੇ ਨਹੀਂ ਭਾਵਨਾ ਦੇ ਨਾਲ ਸੁਣਿਆ ਹੋਏਗਾ, ਉਹਨੂੰ ਫਿਰ ਉਡੀਕ ਕਰਨੀ ਪਏਗੀ ਕੱਲ੍ਹ ਦੀ। ਧਿਆਨ ਦੇਣਾ, ਅੱਜ ਕਿਸੇ ਨੂੰ ਸਕੂਲ ਦੇ ਵਿੱਚ ਮਾਸਟਰ ਨੇ ਲੈਕਚਰ ਦਿੱਤਾ, ਅੱਜ ਉਹਨੂੰ ਸਮਝ ਨਹੀਂ ਲੱਗਾ, ਉਹਦਾ ਧਿਆਨ ਹੋਰ ਪਾਸੇ ਸੀ, ਅਤੇ ਉਹਨੂੰ ਅੱਜ ਨਹੀਂ ਸਮਝ ਲੱਗਾ, ਫਿਰ ਉਹਨੂੰ ਅੱਜ ਦਾ ਦਿਨ ਉਹਦਾ ਗਿਆ, ਉਹਨੂੰ ਕੱਲ੍ਹ ਨੂੰ ਫਿਰ ਪੁੱਛਣਾ ਪੈਣਾ ਵੀ ਕੱਲ੍ਹ ਮੈਨੂੰ ਸਮਝ ਨਹੀਂ ਲੱਗੀ, ਅੱਜ ਕੱਲ੍ਹ ਮੈਂ ਧਿਆਨ ਨਹੀਂ ਦਿੱਤਾ, ਅੱਜ ਮੈਨੂੰ ਦੱਸੋ। ਉਹਨੂੰ ਫਿਰ ਦੁਬਾਰਾ ਦੱਸਣਾ ਪਏਗਾ, ਅਤੇ ਫਿਰ ਉਹਦਾ ਇੱਕ ਦਿਨ ਖਰਾਬ ਹੋ ਗਿਆ। ਇਸ ਕਰਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਲਗਨ ਦੇ ਨਾਲ, ਪ੍ਰੇਮ ਦੇ ਨਾਲ ਅਤੇ ਚਾਅ ਦੇ ਨਾਲ ਮਹਾਰਾਜ ਜੀ ਕਹਿੰਦੇ ਮਹਾਰਾਜ ਦੀ ਬਾਣੀ ਨੂੰ ਸੁਣਨਾ ਅਤੇ ਪੜ੍ਹਨਾ ਹੈ ਜੀ। ਸੋ ਇਹ ਸੀ ਲੜੀਵਾਰ ਸ਼ਬਦ ਦੀ ਵਿਚਾਰ। ਮਹਾਰਾਜ ਜੀ ਮਿਹਰ ਕਰੇ, ਇਸ ਬਾਣੀ ਦਾ ਭਾਵ ਅਰਥ ਅਸਰ ਗੁਰੂ ਮਹਾਰਾਜ ਜੀ ਸਭ ਦੇ ਹਿਰਦਿਆਂ 'ਤੇ ਵਸਾ ਕੇ ਸਭ ਦਾ ਭਲਾ ਕਰਨਾ, ਸਭ ਨੂੰ ਤੰਦਰੁਸਤੀਆਂ ਅਤੇ ਸਭ ਨੂੰ ਖੁਸ਼ੀਆਂ ਬਖਸ਼ਣੀਆਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।